ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੇਰੇ ਭਾਰਤ ਦੇ ਮੂਲ ਨਿਵਾਸੀ ਪੰਜਾਬੀ ਭੈਣ ਭਰਾਓ, ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ। ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਆਪ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਕਿ ਜਿੰਨਾ ਸਾਥ ਤੁਸੀਂ ਦਿੱਤਾ, ਜਿਸ ਤਰੀਕੇ ਦੇ ਨਾਲ ਤੁਸੀਂ ਇਸ ਆਵਾਜ਼ ਗਰੀਬਾਂ ਮਜ਼ਦੂਰਾਂ ਮਜਲੂਮਾਂ ਦੀ ਆਵਾਜ਼ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੋ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼, ਇਸ ਨੂੰ ਜਿਸ ਤਰੀਕੇ ਨਾਲ ਤੁਸੀਂ ਵਿਸ਼ਵ ਦੇ ਕੋਨੇ-ਕੋਨੇ 'ਚ ਪਹੁੰਚਾ ਦਿੱਤਾ, ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਆਪ ਜੀ ਦੀ ਸਾਰਿਆਂ ਦੀ ਲੰਮੀ ਉਮਰ, ਤੰਦਰੁਸਤੀ ਭਰੀ ਉਮਰ ਮੈਂ ਅਕਾਲ ਪੁਰਖ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਦਾ ਹਾਂ। ਸਾਥੀਓ, ਅੱਜ ਦਾ ਲਾਈਵ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ, ਅਗਰ ਤੁਸੀਂ ਡਿਸਕ੍ਰਿਪਸ਼ਨ ਪੜ੍ਹ ਲਓਗੇ ਤੇ ਆਪ ਜੀ ਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ, ਲੇਕਿਨ ਫਿਰ ਵੀ ਮੈਂ ਆਪ ਜੀ ਨਾਲ ਸਾਂਝਾ ਕਰ ਦੇਣਾ ਚਾਹੁੰਦਾ ਹਾਂ। ਸਾਥੀਓ, ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਹੈ ਔਰ ਆਪਣੇ 35 ਮਹਾਪੁਰਸ਼ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹਨ, ਉਹਨਾਂ ਦੇ ਦਰ ਦਾ ਕੁੱਤਾ ਹੈ ਔਰ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਰਿਹਾ ਹੈ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਇਸ ਚੀਜ਼ ਦਾ ਹੋਕਾ ਦਿੰਦਾ ਹੈ ਔਰ ਆਪਣੇ ਮਹਾਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ, ਕਿਉਂਕਿ ਸਾਡੇ ਮਹਾਪੁਰਸ਼ਾਂ ਨੇ, ਗੁਰੂ ਕਲਗੀਧਰ ਪਿਤਾ ਜੀ ਨੇ ਨਿਮਾਣਿਆਂ ਨਤਾਣਿਆਂ ਮਜ਼ਲੂਮਾਂ ਮਜ਼ਦੂਰਾਂ ਗਰੀਬਾਂ ਨੂੰ ਛਾਤੀ ਨਾਲ ਲਾਇਆ ਸੀ। ਇਕੁਐਲਿਟੀ, ਬਰਾਬਰਤਾ ਦੇ ਲਈ, ਉਹਨਾਂ ਦੇ ਲਈ, ਗਰੀਬਾਂ ਮਜਲੂਮਾਂ ਮਜ਼ਦੂਰਾਂ ਦੇ ਲਈ ਆਪਣੇ 4 ਪੁੱਤ ਵਾਰੇ, ਪਰਿਵਾਰ ਵਾਰਿਆ, ਪਿਤਾ ਵਾਰੇ, ਮਾਂ ਵਾਰੇ, ਤੇ ਉਹਨਾਂ ਦੇ ਮਾਰਗ ਦੇ ਉੱਤੇ ਚੱਲਦੇ ਹੋਏ ਗਰੀਬਾਂ ਨਿਮਾਣਿਆਂ ਨਤਾਣਿਆਂ ਦੀ, ਉਹਨਾਂ ਦੇ ਹੱਕਾਂ ਦੇ ਲਈ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੋ ਹੈ ਉਹ ਆਖਰੀ ਸਮਾਂ ਤੱਕ ਲੜਦਾ ਰਹੇਗਾ। ਔਰ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਆਦਰਸ਼ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਔਰ ਸਾਹਿਬ ਕਾਂਸ਼ੀ ਰਾਮ ਜੀ, ਜਿਨ੍ਹਾਂ ਨੇ ਗਰੀਬਾਂ ਮਜਲੂਮਾਂ ਮਜ਼ਦੂਰਾਂ ਦਾ ਅੰਦੋਲਨ ਸ਼ੁਰੂ ਕੀਤਾ ਸੀਗਾ, ਬਹੁਜਨ ਸਮਾਜ ਪਾਰਟੀ, ਸਾਡੀ ਮਾਂ ਪਾਰਟੀ। ਲੀਡਰਸ਼ਿਪ ਆਉਂਦੀਆਂ ਜਾਂਦੀਆਂ ਰਹਿੰਦੀਆਂ, ਲੀਡਰਸ਼ਿਪਾਂ ਦੀ ਮਾਨਸਿਕਤਾ ਕੁਝ ਹੋਰ ਹੋ ਸਕਦੀ ਹੈ, ਲੇਕਿਨ ਸਾਡੀ ਇਹ ਪਾਰਟੀ ਮਾਂ ਪਾਰਟੀ ਹੈ। ਔਰ ਮੇਰੀ ਇਹ ਤਮੰਨਾ ਹੈ, ਆਖਰੀ ਸਾਹਾਂ ਤੱਕ ਮੇਰੀ ਇਹ ਤਮੰਨਾ ਰਹੇਗੀ ਕਿ ਜਿਸ ਦਿਨ ਮੈਂ ਇਸ ਦੁਨੀਆ ਤੋਂ ਜਾਵਾਂ, ਮੇਰੇ ਉੱਤੇ ਚਿੱਠਾ ਕਫਨ ਨਾ ਪਾਇਆ ਜਾਵੇ, ਮੇਰੇ ਉੱਤੇ ਨੀਲਾ ਝੰਡਾ ਪਾਇਆ ਜਾਵੇ, ਸਾਹਿਬ ਕਾਂਸ਼ੀ ਰਾਮ ਜੀ ਦਾ ਅੰਦੋਲਨ, ਉਹਦਾ ਸਰੂਪ ਦਿੱਤਾ ਜਾਵੇ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ। ਸੋ ਸਾਥੀਓ, ਆਪਣੇ ਮਹਾਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਤੇ ਸਾਹਿਬ ਕਾਂਸ਼ੀ ਰਾਮ ਜੀ, ਉਹਨਾਂ ਦੀ ਸੋਚ ਦੇ ਉੱਤੇ ਚੱਲ ਰਿਹਾ ਆ। ਪਰ ਦੁੱਖ ਇਸ ਗੱਲ ਦਾ ਆ ਕਿ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਜਿਨ੍ਹਾਂ ਲੋਕਾਂ ਦੇ ਲਈ ਲੜ ਰਹੇ ਸੀ, ਉਹਨਾਂ ਲੋਕਾਂ ਨੇ ਹੀ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਵਿਰੋਧ ਕੀਤਾ, ਸਾਹਿਬ ਕਾਂਸ਼ੀ ਰਾਮ ਜੀ ਦਾ ਵਿਰੋਧ ਕੀਤਾ। ਸਾਹਿਬ ਕਾਂਸ਼ੀ ਰਾਮ ਜੀ ਨੂੰ ਪੰਜਾਬ ਚੋਂ ਨਿਰਾਸ਼ ਕਰਕੇ ਭੇਜਿਆ। ਸਾਹਿਬ ਕਾਂਸ਼ੀ ਰਾਮ ਜੀ ਨੇ ਯੂਪੀ ਦੇ ਵਿੱਚ ਜਾ ਕੇ ਔਰ ਹਾਰ ਨਹੀਂ ਮੰਨੀ, ਲੇਕਿਨ ਉੱਥੇ ਦੇ ਲੋਕਾਂ ਨੇ ਉਹਨਾਂ ਦੀ ਕਦਰ ਕੀਤੀ, ਉਹਨਾਂ ਨੂੰ ਉੱਥੇ 4 ਵਾਰ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਜਦੋਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਕਦਰ ਨਹੀਂ ਕੀਤਾ, ਸਾਹਿਬ ਕਾਂਸ਼ੀ ਰਾਮ ਜੀ ਦੀ ਕਦਰ ਨਹੀਂ ਕੀਤੀ, ਸਾਡੇ ਲੋਕਾਂ ਨੇ, ਜਿਨ੍ਹਾਂ ਲੋਕਾਂ ਦੇ ਲਈ ਸਾਹਿਬ ਕਾਂਸ਼ੀ ਰਾਮ ਜੀ ਸੰਘਰਸ਼ ਕਰਦੇ ਰਹੇ ਔਰ ਚੱਪਲ ਪਾ ਕੇ ਪੈਰਾਂ ਦੇ ਵਿੱਚ ਸਾਈਕਲ ਦੇ ਉੱਤੇ ਉਹ ਤੁਰਦੇ ਰਹੇ। ਤੇ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਵੀ ਉਸੇ ਮਾਰਗ ਤੇ ਚੱਲ ਰਿਹਾ ਆ। ਇਹਦੇ ਜਿਉਂਦੇ ਜੀ ਕਦਰ ਨਹੀਂ ਹੋਣੀ, ਲੇਕਿਨ ਜਿਸ ਦਿਨ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਮਰਿਆ ਤੇ ਦੇਖਣਾ ਫਿਰ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਨਾਮ ਦੇ ਉੱਤੇ ਕਿਸ ਤਰੀਕੇ ਨਾਲ ਜਥੇਬੰਦੀਆਂ ਬਣਦੀਆਂ, ਕਿਸ ਤਰੀਕੇ ਨਾਲ ਅੰਦੋਲਨ ਸ਼ੁਰੂ ਹੁੰਦੇ, ਕਿਸ ਤਰੀਕੇ ਦੇ ਨਾਲ ਦੁਕਾਨਾਂ ਸ਼ੁਰੂ ਹੋ ਜਾਣੀਆਂ ਆ, ਜਥੇਬੰਦੀਆਂ ਬਣ ਜਾਣੀਆਂ ਆ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਨਾਂ ਦੇ ਉੱਤੇ। ਔਰ ਜਿਉਂਦੇ ਜੀ ਕਈ ਲੋਕ ਕਦਰ ਨਹੀਂ ਕਰਦੇ, ਲੇਕਿਨ ਮਰਨ ਤੋਂ ਬਾਅਦ ਕਹਿਣਗੇ ਵੀ ਹਾਂ, ਇਹ ਬੰਦਾ ਸੀ ਜੋ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੇ ਹੱਕਾਂ ਦੇ ਲਈ ਲੜਦਾ ਹੋਇਆ ਇਸ ਦੁਨੀਆ ਤੋਂ ਚਲਾ ਗਿਆ। ਸਾਥੀਓ, ਜਿਸ ਤਰੀਕੇ ਨਾਲ ਵਿਰੋਧੀਆਂ ਦਾ ਜ਼ੋਰ ਲੱਗਾ ਹੋਇਆ, ਉਹੀ ਵਿਰੋਧੀ ਜਿਹੜੇ ਪਿੰਡਾਂ ਥਾਵਾਂ ਦੇ ਵਿੱਚ
ਪੈਸੇ ਦੇ ਦਮ ਦੇ ਉੱਤੇ ਗਰੀਬਾਂ ਦੇ ਉੱਤੇ ਝੂਠੇ ਪਰਚੇ ਕਰਵਾ ਦਿੰਦੇ ਆ ਔਰ ਅੱਜ 65% ਤੋਂ ਵੱਧ ਲੋਕ ਜੇਲ੍ਹਾਂ ਦੇ ਵਿੱਚ ਗਰੀਬ ਮਜਲੂਮ ਮਜ਼ਦੂਰ ਬੇਦੋਸ਼ੇ ਲੋਕ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ। ਹੋ ਸਕਦਾ ਆ ਕਿ ਉਹ ਲੋਕ ਕਾਮਯਾਬ ਹੋ ਜਾਣ ਕਿਉਂਕਿ ਉਹ ਇਕੱਠੇ ਹੋ ਕੇ ਰਲ ਕੇ ਉਹਨਾਂ ਨੇ ਇੱਕ ਲੋਕ ਲਹਿਰ ਸ਼ੁਰੂ ਕਰ ਦਿੱਤੀ ਹੈ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸਦੀਆਂ ਤੋਂ ਇਹ ਚਕੋਜੀਆਂ ਚਾਲਾਂ ਚਲਦੀਆਂ ਰਹੀਆਂ ਨੇ, ਚਲਦੀਆਂ ਆਈਆਂ ਨੇ ਤੇ ਗਾਂ ਵੀ ਚੱਲਣੀਆਂ ਆ। ਹੋ ਸਕਦਾ ਹੈ ਸਾਥੀਓ ਕਿ ਅੱਜ ਮੈਂ ਇਹ ਜੋ ਲਾਈਵ ਚੱਲ ਰਿਹਾ ਆ, ਹੋ ਸਕਦਾ ਆ ਕਿ ਅੱਜ ਇਹ ਲਾਈਵ ਤੋਂ ਬਾਅਦ ਕੱਲ ਜਾਂ ਪਰਸੋਂ ਤੱਕ ਜਿਸ ਤਰੀਕੇ ਨਾਲ ਵਿਰੋਧੀਆਂ ਦਾ ਜ਼ੋਰ ਲੱਗਾ ਹੋਇਆ, ਸਾਨੂੰ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਲਿਖੇ ਹੋਏ ਸੰਵਿਧਾਨ ਦੇ ਉੱਤੇ ਭਰੋਸਾ ਆ। ਸਾਨੂੰ ਭਰੋਸਾ ਆ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਆ, ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਕਿਉਂਕਿ ਸਾਡਾ ਮੰਤਵ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ। ਲੇਕਿਨ ਜਿਸ ਤਰ੍ਹਾਂ ਕਿ ਸਦੀਆਂ ਤੋਂ ਹੁੰਦਾ ਆ ਕਿ ਹਮੇਸ਼ਾ ਅਮੀਰ ਨੇ ਗਰੀਬ ਨੂੰ ਦਬਾਉਣ ਦੇ ਲਈ ਪੈਸੇ ਦੇ ਦਮ ਦੇ ਉੱਤੇ ਔਰ ਉਹਨਾਂ ਨੇ ਏਕਾ ਕੀਤਾ ਤੇ ਗਰੀਬਾਂ ਦੀ ਆਵਾਜ਼ ਦਬਾਈ। ਹੋ ਸਕਦਾ ਆ ਮੇਰੇ ਵੀਰੋ ਕਿ ਇਹ ਮੇਰੀ ਆਖਰੀ ਵੀਡੀਓ ਹੋਵੇ, ਹੋ ਸਕਦਾ ਹੈ ਕਿ ਇਹ ਮੇਰੀ ਆਖਰੀ ਵੀਡੀਓ ਹੋਵੇ, ਮੈਨੂੰ ਮਾਰ ਦਿੱਤਾ ਜਾਵੇ, ਹੋ ਸਕਦਾ ਹੈ ਮੈਨੂੰ ਜੇਲ੍ਹ 'ਚ ਭੇਜ ਦਿੱਤਾ ਜਾਵੇ। ਅਗਰ ਮੈਂ ਨਾ ਮਰਿਆ, ਜੇਲ੍ਹ ਵੀ ਚਲਾ ਗਿਆ, ਲੇਕਿਨ ਮੈਂ ਜੇਲ੍ਹ ਤੋਂ ਵਾਪਸ ਆਵਾਂਗਾ। ਇਹ ਜੋ ਆਵਾਜ਼ ਹੈ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੀ, ਇਸ ਨੂੰ ਮੈਂ ਰੁਕਣ ਨਹੀਂ ਦੇਵਾਂਗਾ ਕਿਉਂਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨਾ ਕਦੀ ਰੁਕੇਗਾ, ਨਾ ਕਦੀ ਝੁਕੇਗਾ ਤੇ ਨਾ ਹੀ ਕਦੀ ਵਿਕੇਗਾ। ਉਹ ਘੜੀ, ਉਹ ਸਮਝ ਨਹੀਂ ਆਇਆ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਝੁਕਣ ਵਾਲੇ ਦਿਨ ਪੈਦਾ ਹੋਇਆ ਹੋਵੇ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਕਦੀ ਨਹੀਂ ਝੁਕੇਗਾ, ਚਾਹੇ ਮੇਰੇ ਤੇ ਕਿੰਨਾ ਵੀ ਦਬਾਅ ਬਣਾਇਆ ਜਾਵੇ, ਚਾਹੇ ਮੇਰੇ ਤੇ ਕਿੰਨੇ ਵੀ ਪਰਚੇ ਕਰਵਾ ਦਿੱਤੇ ਜਾਣ, ਚਾਹੇ ਮੈਨੂੰ ਮਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਣ। ਲੇਕਿਨ ਯਾਦ ਰੱਖਿਓ, ਮੈਂ ਜਿਹੜੇ ਮਿਸ਼ਨ ਦੇ ਉੱਤੇ ਚੱਲ ਪਿਆ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੇ, ਕਿਉਂਕਿ 49 ਸਾਲ ਦੀ ਉਮਰ ਹੋ ਗਈ ਆ, ਹੋਰ 2-4 ਸਾਲ ਬਾਅਦ ਅਗਰ ਮੈਂ ਦੇਖਾਂ ਪਿੱਛੇ ਦੀ ਝਾਤੀ ਮਾਰਾਂ ਤੇ ਕਰੋਨਾ ਕਾਲ ਦੇ ਵਿੱਚ ਕਿੰਨੇ ਲੋਕ ਇਸ ਦੁਨੀਆ ਤੋਂ ਅਣਿਆਈ ਮੌਤ ਚਲੇ ਗਏ, ਮਰ ਗਏ, ਕਿੰਨੇ ਲੋਕ ਮਰ ਗਏ। ਪਿਛਲੇ ਸਾਲ ਮੇਰਾ ਭਰਾ ਮਰ ਗਿਆ, ਮੇਰਾ ਜਵਾਨ ਭਰਾ ਚਲਾ ਗਿਆ ਇਸ ਦੁਨੀਆ ਤੋਂ। ਇਸ ਸਾਲ ਮੇਰੀ ਮਾਂ ਚਲੀ ਗਈ। ਅਸੀਂ ਲੋਕ ਆਪਣੇ ਲੋਕਾਂ ਦੀ ਜਿਉਂਦੇ ਜੀ ਕਦਰ ਨਹੀਂ ਕਰਦੇ। ਮੈਂ ਇਕੱਲਾ ਬੱਚਿਆ ਆ, ਮੇਰੇ ਬੱਚੇ ਆ, ਉਹ ਜ਼ਰੂਰ ਪੜ੍ਹਾਈ ਕਰਨਗੇ, ਲੇਕਿਨ ਮੇਰੇ ਬੱਚੇ ਮੈਨੂੰ ਕਿਤੇ ਨਾ ਕਿਤੇ ਸਵਾਲ ਕਰਦੇ ਆ ਕਿ ਤੂੰ ਆਪਣੇ ਬਿਜ਼ਨਸ ਕਿੰਨਾ ਲੋਕਾਂ ਲਈ ਤਬਾਹ ਕੀਤੇ ਆ। ਮੈਂ ਕਿਹਾ ਉਹਨਾਂ ਲੋਕਾਂ ਦੇ ਲਈ ਜਿਹੜੇ ਇੱਕ ਗਿੱਲਾ ਬਰੂਦ ਨੇ, ਔਰ ਇੱਕ ਦਿਨ ਜਿਸ ਦਿਨ ਇਹ ਗਿੱਲਾ ਬਰੂਦ ਸੁੱਕ ਗਿਆ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ, ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਨਾਲ, ਜਿਸ ਦਿਨ ਇਹ ਸਾਡਾ ਗਿੱਲਾ ਬਰੂਦ, ਇਹ ਗਰੀਬ ਦਬੇ ਕੁਚਲੇ ਲਤਾੜੇ ਜਿਨ੍ਹਾਂ ਨੂੰ ਕਿਹਾ ਜਾਂਦਾ, ਜਦ ਕਿ ਇਹ ਮਾਰਸ਼ਲ ਕੌਮਾਂ ਆ, ਇਹ ਲੜਾਕੂ ਕੌਮਾਂ ਆ, ਇਹ ਲੜਨ ਵਾਲੀਆਂ ਕੌਮਾਂ ਆ, ਇਹਨਾਂ ਨੂੰ ਐਜੂਕੇਸ਼ਨ ਤੋਂ ਦੂਰ ਕਰਕੇ ਇਹਨਾਂ ਦੀ ਮਾਨਸਿਕਤਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਲੇਕਿਨ ਬਾਬਾ ਸਾਹਿਬ ਜੀ ਨੇ, ਸਾਹਿਬ ਕਾਂਸ਼ੀ ਰਾਮ ਜੀ ਨੇ ਔਰ ਉਹਨਾਂ ਦੇ ਰਾਹ ਦੇ ਉੱਤੇ ਚੱਲਦੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਆਪਣੇ ਗਰੀਬ ਮਜਲੂਮ ਮਜ਼ਦੂਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ। ਗੁਲਾਮੀ ਚੋਂ ਨਿਕਲ ਕੇ ਮਜ਼ਦੂਰੀ ਦੀ ਦਿਸ਼ਾ ਬਦਲਣ ਦੀ ਉਹਨਾਂ ਅੱਗੇ ਅਪੀਲ ਕੀਤੀ ਆ। ਉਹਦਾ ਨਤੀਜਾ ਇਹ ਨਿਕਲਿਆ ਕਿ ਆਪਾਂ ਲੋਕਾਂ ਨੇ ਸਾਰਿਆਂ ਨੇ ਜੋ ਸੰਘਰਸ਼ ਕੀਤੇ, ਆਵਾਜ਼ ਉਠਾਈ। ਸੰਗਰੂਰ ਦੇਖੋ ਕਿੱਡਾ ਵੱਡਾ ਧਰਨਾ ਲੱਗਾ ਸੀ ਜਦੋਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਮਜ਼ਦੂਰ ਇਕੱਠੇ ਹੋਏ ਸੀ। ਜਿਹੜੇ ਮਜ਼ਦੂਰ ਲੋਕਾਂ ਲਈ ਸਿਰ ਪੜਵਾਉਂਦੇ ਸੀ, ਜੱਗੀ ਬਾਬੇ ਵਰਗੇ, ਜਿਨ੍ਹਾਂ ਨੇ ਦਿੱਲੀ ਜਾ ਕੇ ਲੋਕਾਂ ਦੀਆਂ ਜ਼ਮੀਨਾਂ ਦਿਵਾਉਣ ਵਾਸਤੇ ਆਪਣੇ ਸਿਰ ਪੜਵਾਏ, ਅੱਜ ਤੁਹਾਡੇ ਸਾਡੇ ਬੋਲਣ ਕਰਕੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਮਜ਼ਦੂਰਾਂ ਦੀ ਆਵਾਜ਼, ਜਿਨੇ ਇਹ ਗੱਲ ਕਹੀ ਸੀਗੀ ਕਿ ਮਜ਼ਦੂਰੋ ਮਜ਼ਦੂਰੀ ਦੀ ਦਿਸ਼ਾ ਬਦਲ ਦਿਓ, ਤੁਹਾਨੂੰ ਖੇਤਾਂ ਦੀ ਮਿੱਟੀ ਦੇ ਵਿੱਚੋਂ ਤੁਹਾਡੇ ਬੱਚਿਆਂ ਦਾ ਭਵਿੱਖ ਨਹੀਂ ਲੱਭਣਾ, ਉਹਨਾਂ ਮਜ਼ਦੂਰਾਂ ਨੇ ਕੋਸ਼ਿਸ਼ਾਂ ਕੀਤੀਆਂ ਔਰ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਕਿ ਉਹ ਹੁਣ ਆਪਣੀ ਮਜ਼ਦੂਰੀ ਦੀ ਦਿਸ਼ਾ ਬਦਲ ਕੇ ਪਿੰਡਾਂ ਨੂੰ ਛੱਡ ਕੇ ਹੌਲੀ ਹੌਲੀ ਸ਼ਹਿਰਾਂ ਵੱਲ ਨੂੰ ਰੁਖ ਕਰਨਗੇ। ਉਹਦਾ ਨਤੀਜਾ ਸਾਡੇ ਬੋਲਣ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਮਜ਼ਦੂਰ ਸੜਕਾਂ ਦੇ ਉੱਤੇ ਆ ਗਿਆ। ਕਈ ਸਾਡੇ ਲੋਕ ਇਹ ਗੱਲ ਕਹਿੰਦੇ ਆ ਵੀ ਡਾਕਟਰ ਰੰਗਰੇਟਾ ਫਾਲਤੂ ਬੋਲਦਾ ਆ। ਓਏ ਮੇਰੇ ਵੀਰੋ, ਤੁਸੀਂ ਸੋਚ ਕੇ ਦੇਖੋ, ਮਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ, ਓਏ ਜੇਲ੍ਹ ਜਾਣ ਦਾ ਕਿਸੇ ਨੂੰ ਦਿਲ ਨਹੀਂ ਕਰਦਾ। ਸਾਨੂੰ ਆਪਣੇ ਸੰਵਿਧਾਨ ਦੇ ਉੱਤੇ ਪਤਾ ਹੈ, ਮੈਨੂੰ ਪਤਾ ਹੈ ਜਦੋਂ ਤੱਕ ਮੈਂ ਸੱਚਾ ਆ ਤੇ ਮੈਂ ਸੰਵਿਧਾਨ ਦੀ ਤਾਕਤ ਦੇ ਨਾਲ ਮੈਂ ਜੇਲ੍ਹ ਨਹੀਂ ਜਾਵਾਂਗਾ, ਮੈਨੂੰ ਯਕੀਨ ਹੈ। ਪਰ ਵਿਰੋਧੀਆਂ ਦਾ ਪੁਰਜ਼ੋਰ ਕੋਸ਼ਿਸ਼ ਲੱਗੀ ਹੋਈ ਆ ਔਰ ਵਿਰੋਧੀਆਂ ਦੇ ਨਾਲ ਨਾਲ ਸਾਡੇ ਆਪਣੇ
ਉਹ ਲੋਕ ਜਿਨ੍ਹਾਂ ਨੇ ਸਾਹਿਬ ਕਾਂਸ਼ੀ ਰਾਮ ਜੀ ਦਾ ਵਿਰੋਧ ਕੀਤਾ ਸੀ, ਜਿਨ੍ਹਾਂ ਨੇ ਬਾਬੇ ਨਾਨਕ ਨੂੰ ਵੀ ਵੱਟੇ ਮਾਰੇ ਸੀ, ਜਿਨ੍ਹਾਂ ਨੇ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਵਿਰੋਧ ਕੀਤਾ ਸੀ, ਅੱਜ ਉਹ ਲੋਕ ਵੀ ਵਿਰੋਧੀਆਂ ਦੇ ਨਾਲ ਰਲ ਕੇ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਨੂੰ ਢਾਉਣ ਵਾਸਤੇ ਅੱਜ ਉਹ ਕੋਝੀਆਂ ਚਾਲਾਂ ਚੱਲਦੇ ਪਏ ਨੇ। ਹੋ ਸਕਦਾ ਸਾਥੀਓ ਉਹ ਆਪਣੀਆਂ ਚਾਲਾਂ ਦੇ ਵਿੱਚ ਕਾਮਯਾਬ ਹੋ ਜਾਣ, ਪੈਸੇ ਦੇ ਦਮ ਦੇ ਉੱਤੇ, ਏਕਤਾ ਦੇ ਦਮ ਦੇ ਉੱਤੇ, ਕਿਉਂਕਿ ਵਿਰੋਧੀਆਂ ਨੇ ਏਕਤਾ ਕਰ ਲਈ ਆ। ਪਰ ਤੁਸੀਂ ਏਕਤਾ ਕਦੋਂ ਕਰੋਗੇ? क्या मेरे मर जाने तो बाद एकता करोगे? मैं कोई प्रवोक नहीं कर रहा थानू किसी नू, मैं सिर्फ इन्ना कह रहा हाँ कि अगर तुहाडे हकों दे लई कोई बंदा बोलता है, डॉक्टर बाबा साहब भीमराव अंबेडकर जी बोले और तुसी उन्हां दा साथ नहीं दिता, वो इस दुनिया तो चले गए, उन्हां दे 4 पुत बिना इलाज तो इस दुनिया तो चले गए, लेकिन वो तुहाडे लई लड़ाई लड़ते हुए चले गए। अज तो उन्हां दी वजह करके संविधान दे विच जो तुहाडी राखवाकरण, तुहाडी हिस्सेदारी जो तुहानू मिली आ मेरे वीरो, ਉਹ ਹਿੱਸੇਦਾਰੀ ਜੇ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ, ਉਹਨਾਂ ਨੂੰ ਝੁਕਾ ਦਿੱਤਾ ਜਾਂਦਾ, ਬਾਬਾ ਸਾਹਿਬ ਨੇ ਕਿੰਨੀਆਂ ਤਕਲੀਫਾਂ, ਕਿੰਨੇ ਤਸ਼ੱਦਦ ਸਹਿ ਹੋਣਗੇ ਤੁਹਾਨੂੰ ਨਹੀਂ ਪਤਾ ਮੇਰੇ ਵੀਰੋ। ਇਸ ਮਾਰਗ ਤੇ ਚੱਲਣ ਵਾਲਿਆਂ ਨੂੰ ਕਿੰਨੇ ਤਸ਼ੱਦਦ, ਕਿੰਨੇ ਸਹਿਣੇ ਪੈਂਦੇ ਆ, ਕਿੰਨੇ ਤਸ਼ੱਦਦ ਸਹਿਣੇ ਪੈਂਦੇ ਆ, ਕਿੰਨੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ। ਬੱਚਿਆਂ ਦੀ ਜ਼ਿੰਦਗੀ ਦਾਅ ਤੇ ਲਾਉਣੀ ਪੈਂਦੀ ਆ, ਬੱਚਿਆਂ ਦੀ ਜ਼ਿੰਦਗੀ ਦਾਅ ਤੇ ਲਾਉਣੀ ਪੈਂਦੀ ਆ। ਧੀਆਂ ਨੂੰ, ਆਪਣੀਆਂ ਧੀਆਂ ਨੂੰ ਨਲਵਾਉਣਾ ਪੈਂਦਾ ਆ। ਵਿਰੋਧੀ ਲੋਕ ਤੁਹਾਡੇ ਲਈ ਸੰਘਰਸ਼ ਕਰਨ ਵਾਲਿਆਂ ਦੀਆਂ ਧੀਆਂ ਨੂੰ ਨੌਲਦੇ ਆ। ਸੋਚ ਕੇ ਦੇਖੋ ਕਿੰਨਾ ਵੱਡਾ ਜਿਗਰਾ, ਕਿੰਨਾ ਵੱਡਾ ਜਿਗਰਾ ਕਰਦੇ ਆ, ਤੁਹਾਡੇ ਲਈ ਲੜ ਰਹੇ ਆ। ਤੁਹਾਡੇ ਲਈ ਲੜ ਰਹੇ ਆ, ਗਰੀਬਾਂ ਲਈ, ਜਿਨ੍ਹਾਂ ਦੇ ਸ਼ਮਸ਼ਾਨ ਘਾਟ ਪਿੰਡਾਂ 'ਚ ਅਲੱਗ ਬਣਾ ਦਿੱਤੇ ਜਾਂਦੇ ਆ, ਜਿਨ੍ਹਾਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਜਾਤੀ ਸੂਚਕ ਸ਼ਬਦ ਬੋਲ ਕੇ। ਪੱਠਿਆਂ ਦੀ ਪੰਡ ਬਦਲੇ ਜਿਹੜੀਆਂ ਧੀਆਂ ਦੇ ਰੇਪ ਕੀਤੇ ਜਾਂਦੇ ਆ ਕੜਮ ਚੌਧਰੀਆਂ ਵੱਲੋਂ। ਯਾਰ ਬਹੁਤ ਵਧੀਆ ਜ਼ਿੰਦਗੀ ਮੇਰੀ, मैं अपनी लग्जरीअस लाइफ नूं छड्ड दिता साथियों। मैनूं कोई लोड़ नहीं पई, मैं अज भी चुप करके बह जावां, अज भी मैं चुप करके बह जावां ते मैं रोज अपनी पग दे रंग दे नाल दी कार दे विच मैं घुम सकदा हां मेरे वीरो। मैं एक गरीब मजदूर मजलूम दा पुत, विरोधियां ने मेरी मरी हुई मां नूं रोलना शुरू कर दिता, मेरे बारे इन्नियां माड़ियां चीज़ां बोल रहे, मैं बर्दाश्त कर रहा मेरे वीरो, मैं बर्दाश्त कर रहा। किदे वास्ते? अपने 35 महापुरुषों की सोच ते पैरा देते हुए, अपने 35 महापुरुषों की सोच ते पैरा देते हुए जात पात देश कोड़ तो छुटकारा दिवाउण दे लई अपने भैण भरावां नूं साडे अनपढ़ बजुर्गां ने किन्ने जलालतां सहीआं होणगीआं। अज पढ़े लिखे लोकां नूं जाति सूचक शब्द बोले जाते हैं। क्या जाति वितकरा नहीं है? क्या डॉक्टर गुरिंदर सिंह रंघरेटा कल्ला अपनी कोई लड़ाई लड़ रहे हैं? मेरे बच्चे बहुत वधिया लग्जरीअस लाइफ है मेरे बच्चों की। मेरे बच्चे मैनू मेने मारते हैं कि तू पागल हो गया। वो कहते हैं तू किहड़े लोगों वास्ते लड़ रहा? इन्होंने अंबेडकर साहब का साथ नहीं दिता, इन्होंने कांशी राम जी का साथ नहीं दिता, इन्होंने साथ तेरा भी नहीं देना। लेकिन तेरे मरण तो बाद जथेबंदियां डॉक्टर गुरिंदर सिंह रंघरेटा के नाम से जथेबंदियां बनाउणगे, फुल पाउणगे, हार पाउणगे, लंगर लाउणगे। लेकिन जिउंदे जी जदों इन्हां ते हकां दे लई डॉक्टर गुरिंदर सिंह रंघरेटा लड़ रहा सी, उदों ये साथ नहीं देणगे। मेरे वीरो, मेरे वीरो कदर कर लो यार, तुहाडे लई लड़न वाले लोकां दी कदर कर लियो। मैं एक मर्द बच्चा, एक मां दा जाया होया मर्द बच्चा, एक ओ मां जिन्हें लोगों के घरां दे विच काम जरूर किया लेकिन अपनी इज्जत दे उत्ते कदी आंच नहीं ओढ़ दी। लेकिन विरोधियों दे कोल होर कुछ नहीं है। और सोच के देखो कि फिर जब मैं बोलता है तो फिर इन्हें मेरे खिलाफ शिकायत करते हैं।
ਭਿੰਡਰਾਂ ਵਾਲੇ ਦੀ ਫੋਟੋ, ਸੰਤ ਭਿੰਡਰਾਂ ਵਾਲੇ ਦੀ ਫੋਟੋ ਲਾ ਕੇ ਧੀਆਂ ਦੀਆਂ ਫੋਟੋਆਂ ਨੂੰ ਐਡਿਟ ਕਰਕੇ ਨੰਗੀਆਂ ਕਰ ਕਰਕੇ ਵਿਸ਼ਵ ਦੇ ਵਿੱਚ ਵਾਇਰਲ ਕਰ ਰਹੇ ਆ। ਮੇਰੀ ਮਰੀ ਹੋਈ ਮਾਂ ਨੂੰ ਡੋਲ ਰਿਹਾ ਜਿੰਨੇ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਔਰ ਭਾਂਡੇ ਮਾਂਜੇ, ਲੇਕਿਨ ਆਪਣੀ ਇੱਜ਼ਤ ਤੇ ਆਂਚ ਨਹੀਂ ਆਉਣ ਦਿੱਤੀ। ਉਸ ਮਾਂ ਨੂੰ ਡੋਲਦੇ ਪਏ ਆ। ਮੈਨੂੰ ਕੀ ਲੋੜ ਪਈ ਆ ਆਪਣੀ ਧੀ ਨੂੰ ਡਲਵਾਉਣ ਦੀ? ਮੈਨੂੰ ਕੀ ਲੋੜ ਪਈ ਆ ਆਪਣੀ ਮਾਂ ਨੂੰ ਡਲਵਾਉਣ ਦੀ? ਮੇਰੀ ਮਾਂ ਦੀ ਅਰਥੀ ਨੂੰ, ਮੇਰੀ ਮਾਂ ਦੇ ਸਿਵਿਆਂ ਨੂੰ ਫਰੋਲ ਕੇ ਉਹਨੂੰ ਸਿਵਿਆਂ ਚੋਂ ਕੱਢ ਕੇ ਮੇਰੀ ਮਾਂ ਨੂੰ ਨੰਗਾ ਕਰ ਰਿਹਾ ਇਹ ਲੋਕ। ਮੇਰੀ ਮਾਂ ਦੇ ਸਿਵਿਆਂ ਚੋਂ ਮੇਰੀ ਮਾਂ ਨੂੰ ਕੱਢ ਕੇ ਇਹ ਨੰਗਾ ਕਰ ਰਹੇ ਆ ਲੋਕ। ਮੇਰੇ ਵੀਰੋ, ਕਿਆ ਇਹ ਲੜਾਈ ਮੇਰੀ ਆ? ਕਿਆ ਇਹ ਮੇਰੀ ਨਿੱਜੀ ਲੜਾਈ ਆ? क्या जाति डिस्क्रिमिनेशन नहीं हो रहा पंजाब च? अज कड़म चौधरी धर्म के ठेकेदार कट्ठे होकर धर्म के ठेकेदार मेरे खिलाफ शिकायत दे रहे हैं। हो सकता मैं जेल च चल जूंगा, मैनू कोई फर्क नहीं पैना। हाँ, मेरे परिवार को फर्क जरूर पऊगा, मेरे परिवार को फर्क पऊगा, है ना। मैनू कोई फर्क नहीं पऊगा, मैं जेल चल जूंगा क्योंकि इस देश की आज़ादी वास्ते बहुत सारे आज़ादी घुलाटियां ने जेलां कट्टियां ने। मैं भी चल जूंगा, हो सकता है, क्योंकि मैनू धमकियां शरेआम हथियार लहरा के धमकियां दित्तियां जा रही है ना। मैं डरदा नहीं इन्हां दे कोलों। डॉक्टर गुरिंदर सिंह रंगरेटा तो डर भी डरदा है। डॉक्टर गुरिंदर सिंह रंगरेटा अगर अज जज्बाती होके अपने समाज का दर्द अगर उहदे दिल दे विच आ ते अज वो दर्द मेरिया अखां दे विचों हंझू बन के बह गया, क्योंकि मैं एक उस योद्धा मां दा पैदा किया होया बच्चा आ जिहड़ी मरदे मरदे मैनू कह के गई सी कि पुत इत्थे जिंदगी ते कईयां ने लोकां दे पैसे कर्जे लैके करोड़ां रुपया बैंकां दा लैके बाहर भज गया, लग्जरीअस लाइफ ते बड़ियां ने जीया, पर अपने गरीब भैण भरावां लई, मजदूरां दे लई, जिन्हां दियां धीआं दे नाल रेप हुंदे आ, जिन्हां दे कतल हुंदे आ, उन्हां दा कसूर की है कि वो सिर्फ गरीब ने। उन्हां लोकां दे लई लड़दा होया मरी पुत जे जिस दिन मरिया भी। मैं किसी गौड़ वाले वर्गा नहीं आ, मैं किसी को उकसाउंदा नहीं, भड़काउंदा नहीं। मेरे वीरों, मेरे च कोई हंकार नहीं आ, मेरे च एक सैल्फ रिस्पैक्ट आ, क्योंकि सानू हज़ारां सालां तो सानू लोकां ने जाति सूचक शब्द बोले, सानू जिद्दां दे माड़े चंगे काम दिते गए असीं कीते। असीं लूण मिर्चां नाल रोटियां खाण वाले लोग। सानू डॉक्टर बाबा साहब भीमराव अंबेडकर जी की रिजर्वेशन सानू जिहड़ा उन्होंने साडी हिस्सेदारी लैके दित्ती सी, असीं गुलाम लोग हिस्सेदारी मिलण तो बाद लूण मिर्चां दे नाल रोटियां खांदे रहे। असीं ओह हिस्सेदारी की बदौलत पढ़ लिख के अज असीं अपने बच्चों को पढ़ा के अपने समाज के लिए लड़ते पे हैं। अज असीं अपने समाज लिए लड़ते पे हैं। ये जो मेरी अग्रैशन है, गुस्सा है, कोई गुस्सा नहीं है। मैं किसी व्यक्ति विशेष, किसी जाति धर्म के नाल कोई गुस्सा नहीं है मेरा, लेकिन जिहड़े लोग साडियां धीआं भैणां नूं काम भी कराउणा ते गालां भी कड्ढणियां, शाम नूं उन्हां नूं गालां भी कड्ढणियां, उन्हां तो गोहा भी चुकवाउणा, उन्हां दे कोलों गंद भी चुकवाउणा, उन्हां दा रेप भी करना, उन्हां नूं जाति सूचक शब्द बोल के गालां भी कड्ढणियां, बस मैं उन्हां दी इज्जत दी खातर लड़ रहा। अज बहुत सारे कड़म चौधरी, अज मैनू इस करके मेरा दर्द छलक पिया। मैं कदी जिंदगी च रोंदा नहीं। मेरा भरा मरिया, मैं नहीं रोया मेरे वीरों। मेरा 37 साल का भरा मर गया, पिछे 2 बच्चियां, एक वो छड़ गया। मैं जिन्हां लोकां दे लई लड़दा, उन्होंने फेसबुक के उत्ते उन्होंने लखां लोकां ने अफसोस करता, रेस्ट इन पीस, वाहगुरू ये करे, वाहगुरू चरनां च स्थान देवे। लेकिन सिवियां दे विच जदों मेरा जवान भरा मरिया ते सिर्फ मेरे तो इस गल की जैलसी करते हुए लोगों ने सिविया तक नहीं पहुंचे भी जे किते डॉक्टर गुरिंदर दे रंगरेटे कोल पहुंच गए, भीड़ ज़्यादा होगी, कट हो गया, किते ये किसी पार्टी की नज़र च ना आ जाए, किते कल ये हीरो ना बन जाए, कोई पार्टी नूं चक ना लवे। इस करके लोगों ने एका किया, अपने हकों लिए लड़न लिए एका नहीं करते। किस लिए एका किया भी डॉक्टर गुरिंदर सिंह रंगरेटे दे भरा दे मरे ते अफसोस कर नहीं जाना, शमशान घाट नहीं जाना, नहीं तो यह हीरो बन जाना जे कट हो गया। आ सोचा साडे आगुआं दी। मेरी मां मर गई, हाँ, जिन्होंने दर्द सी, जिहड़े लोग पहुंचे उन्होंने मैं धन्नवाद करदा, लेकिन वो सिर्फ पोटियां ते गिने जा सकते थे, चंद क लोग। लखां लोग कहते हुण तेरे नाल आ बाई, चक दे फट्टे, ये वो फेसबुक ते ही खुशियां जाहिर करते हैं, फेसबुक ते ही
ਅਫਸੋਸ ਜ਼ਾਹਰ ਕਰਦੇ ਆ, ਲੇਕਿਨ ਇਹਨਾਂ ਲੋਕਾਂ ਨੂੰ ਸ਼ਾਇਦ ਹੋ ਸਕਦਾ ਆ ਵੀ ਕਿਸੇ ਦੇ ਦਰਦ ਨਾਲ ਕੋਈ ਦਰਦ ਨਹੀਂ ਆ, ਕੋਈ ਅਫਸੋਸ ਨਹੀਂ ਆ, ਕੋਈ ਮਰ ਜਾਵੇ ਕੋਈ ਦਰਦ ਨਹੀਂ ਆ, ਕੋਈ ਕੁਛ ਨਹੀਂ ਆ। ਮੇਰੇ ਵੀਰੋ, ਕਸੂਰ ਸਿਰਫ ਇੰਨਾ ਆ ਵੀ ਆਪਣੇ ਗਰੀਬਾਂ ਮਜ਼ਦੂਰਾਂ ਮਜ਼ਲੂਮਾਂ ਦੇ ਹੱਕਾਂ ਦੇ ਲਈ ਲੜ ਰਹੇ ਆ। ਚਲੋ ਐਨੀਵੇਜ਼, ਸਾਨੂੰ ਕੋਈ ਐਕਸਪੈਕਟੇਸ਼ਨਸ ਨਹੀਂ, ਅਸੀਂ ਲੋਕਾਂ ਤੋਂ ਐਕਸਪੈਕਟੇਸ਼ਨਸ ਨਹੀਂ ਰੱਖਦੇ। ਅਸੀਂ ਇਹ ਕਹਿੰਦੇ ਆ ਵੀ ਆਪਣੇ ਹੱਕਾਂ ਦੇ ਲਈ ਲੜਨ ਦੇ ਲਈ ਘੱਟੋ ਘੱਟ ਉੱਥੇ ਤੇ ਏਕਾ ਕਰ ਲਈਏ ਆਪਾਂ, ਰਾਈਟ। ਸੋ ਮੇਰੇ ਵੀਰੋ, ਬਹੁਤ ਸਾਰੇ ਵਿਰੋਧੀ ਇਕੱਠੇ ਹੋ ਕੇ ਮੇਰੇ ਖਿਲਾਫ ਦਰਖਾਸਤਾਂ ਦਿੱਤੀਆਂ ਨੇ। ਆਈ ਡੈਮ ਕੇਅਰ, ਪਰਵਾਹ ਨਹੀਂ ਆ। ਜਦੋਂ ਤੱਕ ਮੈਂ ਸੱਚਾ ਆ, ਮੈਨੂੰ ਆਪਣੇ ਭਾਰਤ ਦੇ ਸੰਵਿਧਾਨ ਦੇ ਉੱਤੇ ਭਰੋਸਾ ਆ, ਔਰ ਤੁਹਾਡੇ ਸਾਹਮਣੇ ਬੈਠਾ ਆ। ਹੋ ਸਕਦਾ ਹੈ ਕਿ ਵਿਰੋਧੀ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਕੇ, ਜ਼ੋਰ ਪਾ ਕੇ, ਪੈਸੇ ਦੇ ਦਮ ਦੇ ਉੱਤੇ, ਆਪਣੀ ਏਕਤਾ ਦੇ ਦਮ ਦੇ ਉੱਤੇ, ਹੋ ਸਕਦਾ ਵਿਰੋਧੀ ਕੱਲ ਨੂੰ ਜਿੱਤ ਸਕਦੇ ਆ, ਹੋ ਸਕਦਾ ਹੈ ਜਿੱਤ ਸਕਦੇ ਆ। ਲੇਕਿਨ ਇਸ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਨੂੰ ਰੁਕਣ ਨਾ ਦਿਓ। ਅੱਜ ਮੇਰੇ ਨਾਲ ਇੱਕ ਵਾਅਦਾ ਕਰੋ ਵੀਰੋ, ਮੈਂ ਅੱਜ ਤੱਕ ਕਦੀ ਕੋਈ ਜਥੇਬੰਦੀ ਨਹੀਂ ਬਣਾਈ। ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਆ ਕਿ ਮੈਂ ਇੱਕ ਜਥੇਬੰਦੀ ਬਣਾਉਣ ਜਾ ਰਿਹਾ ਆ। ਮਜ਼ਦੂਰਾਂ ਦੀ ਆਵਾਜ਼, ਮਜ਼ਦੂਰਾਂ ਦੀ ਆਵਾਜ਼, ਇੱਕ ਜਥੇਬੰਦੀ ਦਾ ਮੈਂ ਅੱਜ ਐਲਾਨ ਕਰਦਾ ਆ। ਅਗਰ ਇਹ ਜਥੇਬੰਦੀ ਜਿਹੜੀ ਹੈ ਇਹਦੇ ਨਾਲ ਕੋਈ ਜੁੜਨਾ ਚਾਹੁੰਦਾ ਆ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਧਰਮਾਂ ਤੋਂ ਉੱਪਰ ਉੱਠ ਕੇ, ਸਿਰਫ ਗਰੀਬ ਮਜਲੂਮ ਮਜ਼ਦੂਰਾਂ ਦੀ ਆਵਾਜ਼ ਹੋਵੇਗੀ ਇਹ ਜਥੇਬੰਦੀ। ਤੁਸੀਂ ਦੱਸੋ, ਫੈਸਲਾ ਕਰੋ, ਕਿਆ ਤੁਸੀਂ ਇੱਕ ਹੱਕ ਸੱਚ ਦੇ ਲਈ ਲੜਨ ਵਾਲੇ, ਸਾਫ਼ ਸੁਥਰੇ ਕਿਰਦਾਰ ਵਾਲੇ, ਸੱਚੇ ਬੰਦੇ ਦਾ ਸਾਥ ਦੇਵੋਗੇ? ਤੁਸੀਂ ਮੇਰਾ ਸਾਥ ਨਹੀਂ ਦੇਣਾ, ਤੁਸੀਂ ਉਸ ਹੱਕ ਸੱਚ ਦੀ ਆਵਾਜ਼ ਦਾ ਸਾਥ ਦੇਣਾ ਹੈ ਜਿਹੜੀ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੇ ਉੱਤੇ ਹੋ ਰਹੇ ਧੱਕੇਸ਼ਾਹੀਆਂ, ਜਾਤ ਕਾਸਟ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਆਵਾਜ਼ ਚੁੱਕਦਾ ਆ, ਉਹਦੇ ਲਈ ਆਵਾਜ਼ ਚੁੱਕ ਰਿਹਾ। ਅਗਰ ਤੁਸੀਂ ਤਿਆਰ ਹੋ, ਅਗਰ ਤੁਹਾਡੇ ਅੰਦਰ ਵਾਕਈ 'ਚ ਦਰਦ ਹੈ, ਮੈਂ ਕਦੀ ਆਪਣੇ ਨਿੱਜੀ ਮਾਮਲਿਆਂ ਦੇ ਲਈ, ਅਗਰ ਮੇਰੀ ਕੋਈ ਨਿੱਜੀ ਲੜਾਈ ਹੋ ਜਾਵੇ, ਮੈਂ ਕਦੀ ਆਵਾਜ਼ ਨਹੀਂ ਤੁਹਾਨੂੰ ਮਾਰੂੰਗਾ। ਮੇਰੇ ਘਰ 'ਚ ਕੋਈ ਮੌਤ ਵੀ ਆ ਜਾਵੇ, ਮੈਂ ਤੁਹਾਨੂੰ ਕਦੀ ਨਹੀਂ ਕਹੂੰਗਾ ਕਿ ਆਓ ਇੱਥੇ ਮੇਰੇ ਕੋਲ ਕੋਈ ਅਫਸੋਸ ਕਰੋ, ਮੈਂ ਕਦੀ ਨਹੀਂ ਕਹੂੰਗਾ। ਲੇਕਿਨ ਮੈਂ ਤੁਹਾਨੂੰ ਸਿਰਫ ਆਪਣੀ ਕੌਮ ਦੇ ਲਈ, ਆਪਣੇ ਸਮਾਜ ਲਈ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਔਰ ਸਾਹਿਬ ਕਾਂਸੀ ਰਾਮ ਜੀ ਦੇ ਮਿਸ਼ਨ ਦੇ ਲਈ ਮੈਂ ਹਮੇਸ਼ਾ ਆਵਾਜ਼ ਮਾਰੂੰਗਾ, ਕਿਉਂਕਿ ਸਾਨੂੰ ਇੱਕ ਮਿਸ਼ਨ ਐਸਾ ਬਣਾਉਣਾ ਪੈਣਾ ਆ ਕਿ ਜਿਸ ਮਿਸ਼ਨ ਦਾ ਨਾਮ ਸੁਣ ਕੇ ਵੀ ਵੱਡੇ ਤੋਂ ਵੱਡਾ ਅਫਸਰ ਵੀ ਖੜ ਕੇ ਸਲੂਟ ਮਾਰੇ। ਸਾਡੇ ਸਾਫ਼ ਕਿਰਦਾਰ ਦੀ ਵਜ੍ਹਾ ਕਰਕੇ, ਸਾਡੀ ਸੋਚ ਦੀ ਵਜ੍ਹਾ ਕਰਕੇ ਲੋਕ ਸਾਡੇ ਨਾਲ ਜੁੜਨ। ਧਰਮਾਂ ਤੋਂ ਉੱਪਰ ਉੱਠ ਕੇ, ਜਾਤਾਂ ਤੋਂ ਉੱਪਰ ਉੱਠ ਕੇ ਮੈਂ ਆਪਣੇ ਸਨਾਤਨੀ ਹਿੰਦੂ ਭਰਾਵਾਂ ਨੂੰ, ਮੈਂ ਆਪਣੇ ਈਸਾਈ ਭਰਾਵਾਂ ਨੂੰ, ਬੋਧੀ ਜੈਨੀ ਭਰਾਵਾਂ ਨੂੰ, SC BC ਭਰਾਵਾਂ ਨੂੰ ਔਰ ਜਨਰਲ ਕੈਟੇਗਰੀ ਦੇ ਭਰਾਵਾਂ ਨੂੰ, ਮੈਂ ਸਭ ਨੂੰ ਬੇਨਤੀਆਂ ਕਰੂੰਗਾ, ਅਗਰ ਤੁਹਾਨੂੰ ਸਾਡੀ ਸੋਚ ਦੇ ਉੱਤੇ ਭਰੋਸਾ ਆ ਤੇ ਅੱਜ ਐਲਾਨ ਹੋ ਚੁੱਕਾ ਆ ਇੱਕ ਜਥੇਬੰਦੀ ਦਾ, ਮਜ਼ਦੂਰਾਂ ਦੀ ਆਵਾਜ਼। ਇੱਕ ਮਜ਼ਦੂਰਾਂ ਦੀ ਆਵਾਜ਼, ਮੇਰਾ ਫੇਸਬੁੱਕ ਪੇਜ ਵੀ ਚੱਲ ਰਿਹਾ, ਉਹਦੇ ਨਾਲ ਵੀ ਜੁੜੋ। ਵੱਧ ਤੋਂ ਵੱਧ ਇਸ ਪੇਜ ਨਾਲ ਜੁੜੋ। ਜੇ ਤੁਸੀਂ ਇਸ ਪੇਜ ਦੇ ਉੱਤੇ ਨਵੇਂ ਹੋ ਤੇ ਇਸ ਪੇਜ ਦੇ ਨਾਲ ਜੁੜੋ, ਇਹਨੂੰ ਫੋਲੋ ਕਰੋ, ਲਾਈਕ ਕਰੋ, ਰਾਈਟ। ਸੋ ਮਜ਼ਦੂਰਾਂ ਦੀ ਆਵਾਜ਼, ਅਸੀਂ ਜਥੇਬੰਦੀ ਬਣਾਵਾਂਗੇ ਜਿਹਦਾ ਸੰਵਿਧਾਨ ਇਹ ਹੋਵੇਗਾ ਕਿ ਉਹ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਕੜਮ ਚੌਧਰੀਆਂ ਦੀ, ਉਹਨਾਂ ਦੇ ਨੱਕ 'ਚ ਦਮ ਕਰ ਦੇਗਾ। ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਉਹਨਾਂ ਨੂੰ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟਾਂਗੇ। ਗਰੀਬਾਂ ਦੇ ਹੱਕਾਂ ਦੀ ਗੱਲ ਕਰਾਂਗੇ, ਆਪਣੇ ਹਿੱਸੇਦਾਰੀ ਦੀ ਗੱਲ ਕਰਾਂਗੇ, ਔਰ ਜਾਤੀ ਡਿਸਕ੍ਰਿਮੀਨੇਸ਼ਨ, ਜਾਤੀਵਾਦ ਦੇ ਖਿਲਾਫ ਸਾਡੀ ਜਥੇਬੰਦੀ ਜਿਹੜੀ ਆ ਉਹ ਸਖਤੀ ਦੇ ਨਾਲ ਐਕਸ਼ਨ ਲਊਗੀ। ਸਾਡੀ ਜਥੇਬੰਦੀ ਇਹ ਕੋਈ ਦੁਕਾਨਦਾਰੀ ਨਹੀਂ ਹੋਊਗੀ। ਅਸੀਂ ਇਹਦੇ ਵਿੱਚ ਪਾਰਦਰਸ਼ਤਾ ਦੇ ਨਾਲ ਕੰਮ ਕਰਾਂਗੇ। ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਆ, ਤੁਹਾਡੇ ਵੋਟ ਦੀ ਜ਼ਰੂਰਤ ਹੈ, ਸਪੋਰਟ ਦੀ ਜ਼ਰੂਰਤ ਆ। ਮੈਂ ਜ਼ਿੰਦਗੀ 'ਚ ਕਦੀ ਇਲੈਕਸ਼ਨ ਨਹੀਂ ਲੜਾਂਗਾ, ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆ। ਅਗਰ ਮੈਂ ਜ਼ਿੰਦਗੀ 'ਚ ਕਦੀ ਇਲੈਕਸ਼ਨ ਲੜੂੰਗਾ ਤੇ ਤੁਸੀਂ ਲੋਕ ਬੇਸ਼ੱਕ ਮੇਰਾ ਮੂੰਹ ਕਾਲਾ ਕਰ ਦਿਓ, ਮੈਂ ਇਲੈਕਸ਼ਨ ਲੜਨ ਵਾਲੇ ਯੋਧਾ ਪੈਦਾ ਕਰੂੰਗਾ ਜਿਵੇਂ ਸਾਹਿਬ ਕਾਂਸ਼ੀ ਰਾਮ ਜੀ ਨੇ ਪੈਦਾ ਕੀਤਾ ਆ ਸਾਡੀ ਭੈਣ ਮਾਇਆਵਤੀ ਜੀ ਨੂੰ। ਸੋ ਮਜ਼ਦੂਰਾਂ ਦੀ ਆਵਾਜ਼ ਹੱਕ ਸੱਚ ਦੀ ਆਵਾਜ਼ ਹੋਵੇਗੀ। ਇਹਦੇ ਨਾਲ ਅਗਰ ਕੋਈ ਜੁੜਨਾ ਚਾਹੁੰਦਾ ਆ ਤੇ 9874401980 ਨੰਬਰ ਮੇਰਾ, ਉਹਦੇ ਤੇ WhatsApp ਕਰੋ। ਕਮੈਂਟਾਂ ਦੇ ਵਿੱਚ ਆਪਣੇ ਫੋਨ ਨੰਬਰ ਇੱਥੇ ਤੁਸੀਂ ਸਾਨੂੰ ਲਿਖ ਕੇ ਦੇਵੋ। ਕਿਆ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ? ਸਾਡੇ ਨਾਲ ਨਹੀਂ, ਮਜ਼ਦੂਰਾਂ ਦੀ ਆਵਾਜ਼ ਨਾਲ ਕਿਆ ਤੁਸੀਂ ਜੁੜਨਾ ਚਾਹੁੰਦੇ ਹੋ? ਇਹ ਜੋ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਬੋਲਦਾ ਪਿਆ, ਇਹ ਇੱਕ ਮਜ਼ਦੂਰਾਂ ਦੀ ਆਵਾਜ਼ ਹੈ, ਰਾਈਟ। ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ, ਮੈਂ ਮਰਨ ਤੋਂ ਨਹੀਂ ਡਰਦਾ, ਲੇਕਿਨ ਮੈਂ ਚਾਹੁੰਦਾ ਆ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਅਗਰ ਕੱਲਾ ਮਰ ਗਿਆ ਔਰ ਚਲਾ ਗਿਆ ਇਸ ਦੁਨੀਆ ਤੋਂ ਤੇ ਉਹਦੀ ਸੋਚ ਉੱਥੇ ਹੀ ਖਤਮ ਹੋ ਜਾਣੀ ਆ। ਤੇ ਜੇ ਅਸੀਂ ਇੱਕ ਸੋਚ ਸਾਰੇ ਰਲ ਕੇ
एक सोच ਨੂੰ ਬਿਲਡ ਕਰ ਦਈਏ, ਮਜ਼ਦੂਰਾਂ ਦੀ ਆਵਾਜ਼ ਬਿਲਡ ਕਰ ਦਈਏ, ਇੱਕ ਐਸੀ ਸੋਚ ਬਿਲਡ ਕਰ ਦਈਏ। ਇਸ ਸੋਚ ਨਾਲ ਜੁੜਨ ਵਾਲਾ, ਮਜ਼ਦੂਰਾਂ ਦੀ ਆਵਾਜ਼ ਨਾਲ ਜੁੜਨ ਵਾਲਾ ਹਰ ਬੰਦਾ ਜੇ ਇਮਾਨਦਾਰੀ ਨਾਲ ਕੰਮ ਕਰੂਗਾ, ਮੇਰੇ ਵੀਰੋ, ਇਹ ਆਵਾਜ਼ ਮਜ਼ਦੂਰਾਂ ਦੀ ਜੁਗੋ ਜੁਗ ਕਦੀ ਬੰਦ ਨਹੀਂ ਹੋਊਗੀ। ਅਸੀਂ ਮਜ਼ਦੂਰਾਂ ਦੀ ਦਿਸ਼ਾ ਬਦਲ ਸਕਦੇ ਹਾਂ, ਉਹਨਾਂ ਦੇ ਹਾਲਾਤ ਬਦਲ ਸਕਦੇ ਹਾਂ। ਸੋ ਆਪਣੇ ਆਪਣੇ ਫੋਨ ਨੰਬਰ, ਜਿਹੜੇ ਲੋਕ ਇੰਟਰਸਟਡ ਨੇ ਕਿ ਮਜ਼ਦੂਰਾਂ ਦੀ ਆਵਾਜ਼ ਦਾ ਉਹ ਸਾਥ ਦੇਣਗੇ, ਗਰੀਬਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ। ਅਗਰ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਇਸ ਦੁਨੀਆ ਤੋਂ ਚਲਾ ਵੀ ਗਿਆ ਤੇ ਉਹ ਮਜ਼ਦੂਰਾਂ ਦੀ ਆਵਾਜ਼ ਨੂੰ ਕਦੀ ਰੁਕਣ ਨਹੀਂ ਦੇਣਗੇ। ਅਸੀਂ ਬਹੁਤ ਜਲਦ, ਜਿਹੜੇ ਸਾਥੀ ਇਮਾਨਦਾਰ ਸਾਡੇ ਨਾਲ ਜੁੜਨਾ ਚਾਹਣਗੇ, ਅਸੀਂ ਪਿੰਡ ਵਾਈਜ਼ ਕਮੇਟੀਆਂ ਬਣਾਵਾਂਗੇ, ਜ਼ਿਲ੍ਹਾ ਵਾਈਜ਼ ਕਮੇਟੀਆਂ ਬਣਾ ਦੇਵਾਂਗੇ ਬੜੀ ਜਲਦੀ। ਤੁਸੀਂ ਆਪਣਾ ਆਪਣਾ ਨਾਮ, ਜਿਹੜਾ ਜੁੜਨਾ ਚਾਹੁੰਦਾ ਹੈ ਮਜ਼ਦੂਰਾਂ ਦੀ ਆਵਾਜ਼ ਇਸ ਜਥੇਬੰਦੀ ਦੇ ਨਾਲ, ਆਪਣਾ ਨਾਮ, ਆਪਣਾ ਏਰੀਆ ਦਾ ਨਾਮ, ਆਪਣਾ ਫੋਨ ਨੰਬਰ ਕਮੈਂਟਾਂ ਦੇ ਵਿੱਚ ਛੱਡ ਦੇਵੋ ਔਰ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ। 11 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ, ਪਿੰਡ ਤੋਂ ਲੈ ਕੇ ਜ਼ਿਲ੍ਹਾ ਵਾਈਜ਼ ਔਰ ਪੂਰੇ ਦੇਸ਼ ਦੇ ਵਿੱਚ ਨੈਸ਼ਨਲ ਵਾਈਜ਼, ਰਾਈਟ। ਸੋ ਇਹ ਮਜ਼ਦੂਰਾਂ ਦੀ ਆਵਾਜ਼ ਕਦੀ ਬੰਦ ਨਹੀਂ ਹੋਵੇਗੀ, ਇਹ ਬੁਲੰਦ ਹੋਵੇਗੀ। ਮਜ਼ਦੂਰਾਂ ਦੀ ਆਵਾਜ਼ ਕਦੀ ਬੰਦ ਨਹੀਂ ਹੋਵੇਗੀ, ਬਲਕਿ ਹੋਰ ਬੁਲੰਦ ਹੋਵੇਗੀ। ਸਾਥੀਓ, ਅਸੀਂ ਕਦੀ ਕਿਸੇ ਜਾਤੀ ਵਿਸ਼ੇਸ਼, ਕਿਸੇ ਇਨਸਾਨ, ਕਿਸੇ ਰਹਿਬਰ, ਕਿਸੇ ਸੰਤ ਮਹਾਂਪੁਰਸ਼ ਦੇ ਖਿਲਾਫ ਨਹੀਂ ਬੋਲਦੇ, ਲੇਕਿਨ ਜਿਹੜੇ ਲੋਕ ਸੰਤਾਂ ਮਹਾਂਪੁਰਸ਼ਾਂ ਦੀਆਂ ਫੋਟੋਆਂ ਲਾ ਕੇ ਧੀਆਂ ਭੈਣਾਂ ਨੂੰ ਨੌਲਦੇ ਆ, ਮਾਵਾਂ ਨੂੰ ਨੌਲਦੇ ਆ, ਜਦਕਿ ਗੁਰਬਾਣੀ ਦਾ ਫਰਮਾਨ ਹੈ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜਦੋਂ ਉਹ ਲੋਕ ਆਪਣੇ ਸੰਤਾਂ ਮਹਾਂਪੁਰਸ਼ਾਂ ਦੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਗੰਦੀਆਂ ਗਾਲਾਂ ਕੱਢਦੇ ਆ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਆ, ਧੀਆਂ ਮਾਵਾਂ ਦੀਆਂ ਫੋਟੋਆਂ ਐਡਿਟ ਕਰਕੇ ਨੰਗੀਆਂ ਕਰਕੇ ਸੋਸ਼ਲ ਮੀਡੀਆ ਤੇ ਔਰ ਪਤਾ ਨਹੀਂ ਕਿੱਥੇ ਕਿੱਥੇ ਵਾਇਰਲ ਕਰਦੇ ਆ, ਫਿਰ ਖੁਦ ਵੀਡੀਓ ਬਣਾ ਕੇ ਮਾਵਾਂ ਭੈਣਾਂ ਧੀਆਂ ਨੂੰ, ਮਜ਼ਦੂਰੀ ਕਰਨ ਵਾਲੀਆਂ ਮਾਵਾਂ ਭੈਣਾਂ ਧੀਆਂ ਨੂੰ, ਮੇਰੀ ਮਾਂ ਨੂੰ ਨਹੀਂ ਨੋਲਿਆ ਗਿਆ, ਉਹ ਸਮਝ ਲਓ ਕਿ ਗਰੀਬਾਂ ਮਜ਼ਦੂਰਾਂ ਦੀ, ਹਰ ਇੱਕ ਮਜ਼ਦੂਰ ਦੀ ਮਾਂ ਨੂੰ, ਉਹਦੀਆਂ ਕਬਰਾਂ ਨੂੰ ਫੋਲਿਆ ਗਿਆ, ਉਹਨੂੰ ਨੋਲਿਆ ਗਿਆ, ਉਹਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਗਿਆ। ਮੇਰੇ ਵੀਰੋ, ਮੇਰੀ ਧੀ ਨੂੰ ਜਾਂ ਮੇਰੀ ਮਾਂ ਨੂੰ ਨਹੀਂ, ਹਰ ਗਰੀਬ ਮਜ਼ਦੂਰ ਦੀ ਧੀ ਨੂੰ ਨੋਲਿਆ ਗਿਆ। ਅਗਰ ਵਿਰੋਧੀ ਸੋਚ ਲੈਣ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦਬ ਗਿਆ ਤੇ ਦਬ ਲਣਗੇ, ਯਾਦ ਰੱਖਿਓ, ਮੈਂ ਕੋਈ ਗਾਉਣ ਵਾਲਾ ਨਹੀਂ ਆ, ਮੈਂ ਕੋਈ ਗਾਉਣ ਵਾਲਾ ਸਟੇਜਾਂ ਤੇ ਫੁਕਰੀਆਂ ਮਾਰਨ ਵਾਲਾ ਨਹੀਂ ਆ ਵੀਰੋ। ਇੱਥੇ ਫਿਰ ਕਿਸੇ ਦੇ ਨਾਲ, ਨਿੱਜੀ ਬੰਦੇ ਨਾਲ ਨਾ ਜੋੜ ਦਿਓ। ਮੈਂ ਕੋਈ ਗਾਉਣ ਵਾਲਾ ਨਹੀਂ ਆ, ਸਟੇਜਾਂ ਤੇ ਫੁਕਰੀਆਂ ਮਾਰਨ ਵਾਲਾ ਨਹੀਂ ਆ। ਮੈਂ ਇੱਕ ਹੱਕ ਸੱਚ ਦੀ ਗੱਲ ਕਰਨ ਵਾਲਾ ਇੱਕ ਆਮ ਇਨਸਾਨ ਆ, ਜਿਹੜਾ ਇਹ ਹੋਸ਼ੋ ਹਵਾਸ ਦੇ ਵਿੱਚ ਗੱਲ ਕਰ ਰਿਹਾ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦਬਣ ਵਾਲੀ ਤੇ ਗੱਲ ਹੀ ਨਹੀਂ ਕੋਈ। ਦੁਨੀਆ ਦੇ ਵਿੱਚ ਕੋਈ ਐਸਾ ਇਨਸਾਨ ਪੈਦਾ ਨਹੀਂ ਹੋਇਆ ਜਿਹੜਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਦਬ ਲਵੇ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਅਗਰ ਦਬੂਗਾ ਤੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਬੂਗਾ। ਅਕਾਲ ਪੁਰਖ ਤੋਂ ਇਲਾਵਾ, ਉਹ 35 ਮਹਾਂਪੁਰਸ਼ਾਂ ਦੀ ਸੋਚ ਤੋਂ ਇਲਾਵਾ, ਅਕਾਲ ਪੁਰਖ ਤੋਂ ਇਲਾਵਾ ਮੈਨੂੰ ਕੋਈ ਹੋਰ ਸ਼ੈ ਨਹੀਂ ਦਬ ਸਕਦੀ। ਮੈਂ ਉਹਨਾਂ ਸ਼ਹੀਦਾਂ ਦਾ ਵਾਰਿਸ ਆ ਜਿਨ੍ਹਾਂ ਨੇ ਦਿੱਲੀ ਚਾਂਦਨੀ ਚੌਕ ਤੋਂ ਸੀਸ ਚੱਕ ਕੇ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਦੇ ਤੱਕ ਪਹੁੰਚਾਇਆ ਸੀਗਾ। ਅੱਜ ਬੜਾ ਦੁੱਖ ਲੱਗ ਰਿਹਾ ਕਿ ਮੇਰੇ ਆਪਣੇ ਬਗਾਨਿਆਂ ਨੇ ਪੱਥਰ ਮਾਰੇ, ਮੈਨੂੰ ਦੁੱਖ ਨਹੀਂ ਹੋਇਆ, ਲੇਕਿਨ ਆਪਣਿਆਂ ਨੇ ਫੁੱਲ ਮਾਰਿਆ, ਲੇਕਿਨ ਪੱਥਰ ਵਾਲਿਆਂ ਨਾਲ ਰਲ ਕੇ ਮਾਰਿਆ, ਮੈਨੂੰ ਉਹਦਾ ਦੁੱਖ ਲੱਗਿਆ। ਮੇਰੇ ਆਪਣੇ ਰਲ ਕੇ ਮੇਰੇ ਤੇ ਦਰਖਾਸਤਾਂ ਦੇ ਰਹੇ ਆ, ਮੇਰੇ ਖਿਲਾਫ ਕੰਪਲੇਨਾਂ ਕਰਵਾ ਰਹੇ ਆ। ਮੈਂ ਅੱਜ ਵੀ ਸਾਹਮਣੇ ਬੈਠਾ, ਤੁਹਾਡੇ ਕੋਲ ਬਾਹਰ ਬੈਠਾ ਆ। ਜਦੋਂ ਤੱਕ ਭਾਰਤ ਦਾ ਸੰਵਿਧਾਨ ਆ, ਮੈਨੂੰ ਸੰਵਿਧਾਨ ਤੇ ਭਰੋਸਾ ਆ, ਮੈਂ ਬਾਹਰ ਆ, ਹਰ ਰੋਜ਼ ਲਾਈਵ ਹੁੰਦਾ ਰਹੂੰਗਾ ਜਦੋਂ ਤੱਕ ਮੈਂ ਬਾਹਰ ਆ। ਹਾਂ, ਜਿਸ ਦਿਨ ਮੈਂ ਲਾਈਵ ਨਾ ਹੋਇਆ, ਸੋਚ ਲਿਓ, ਉਸ ਦਿਨ ਪਤਾ ਕਰ ਲਿਓ, ਕਨਫਰਮ ਕਰ ਲਿਓ ਵੀ ਡਾਕਟਰ ਰੰਗਰੇਟੇ ਨੂੰ ਕਿਤੇ ਮਾਰ ਨਹੀਂ ਦਿੱਤਾ ਗਿਆ ਪਿੱਠ ਤੇ ਵਾਰ ਕਰਕੇ, ਕਿਉਂਕਿ ਡਾਕਟਰ ਰੰਗਰੇਟੇ ਦੀ ਸਾਹਮਣੇ ਆਣ ਕੇ ਹਿੱਕ ਦੇ ਉੱਤੇ ਵਾਰ ਕਰਨ ਦਾ ਕਿਸੇ ਵੀ ਪੰਜਾਬ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜੰਮਿਆ ਜਿਹੜਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੂੰ ਗਲਤ ਸਾਬਤ ਕਰਕੇ ਉਹਦੀ ਹਿੱਕ ਤੇ ਵਾਰ ਕਰੇ। ਕਿਉਂਕਿ ਮੈਨੂੰ ਪਤਾ ਆ, ਵੱਟ ਬੰਨਿਆ ਪਿੱਛੇ ਭਰਾ ਮਾਰਨ ਵਾਲੇ ਲੋਕ, ਪਿੱਠ ਤੇ ਵਾਰ ਕਰਨ ਵਾਲੇ ਲੋਕ ਹਮੇਸ਼ਾ ਅਗਰ ਮੈਨੂੰ ਮਾਰਨਗੇ ਤੇ ਮੇਰੀ ਪਿੱਠ ਤੇ ਵਾਰ ਕਰਕੇ ਮਾਰਨਗੇ। ਮੈਂ ਮਰਨੋਂ ਨਹੀਂ ਡਰਦਾ। ਜਿਸ ਦਿਨ ਮੈਂ ਲਾਈਵ ਨਹੀਂ ਹੋਇਆ, ਸੋਚ ਲਿਓ ਵੀ ਜਾਂ ਤੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੇਲ੍ਹ ਚਲਾ ਗਿਆ ਜਾਂ ਉਸ ਨੂੰ ਧੋਖੇ ਨਾਲ ਮਾਰ ਦਿੱਤਾ ਗਿਆ। ਔਰ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਕਿਸੇ ਵਿਰੋਧੀ ਦੇ ਹੱਥੋਂ ਨਹੀਂ ਕਦੇ ਮਰੂਗਾ, ਕਿਉਂਕਿ ਅੱਜ ਜਿਸ ਹਿਸਾਬ ਦੇ ਨਾਲ ਮੇਰੇ ਖਿਲਾਫ, ਉਹ ਵੀ ਸਾਰੇ ਨਹੀਂ, ਜ਼ਿਆਦਾਤਰ ਗਰੀਬ ਲੋਕ ਜਿਨ੍ਹਾਂ ਕੋਲ ਮੋਬਾਈਲ ਨਹੀਂ ਹੈ, ਜਿਹੜੇ ਦਿਹਾੜੀ ਧੱਪਾ ਕਰਨ ਵਾਲੇ ਆ, ਉਹ ਤੇ ਮੈਨੂੰ ਪਿਆਰ ਕਰਦੇ, ਉਹ ਮੇਰੇ ਨਾਲ ਨੇ। ਲੇਕਿਨ ਜਿਹੜੇ ਥੋੜੇ ਬਹੁਤੇ ਪੜ੍ਹ ਲਿਖ ਕੇ ਉਹ ਵੀ ਖੜਮ ਚੌਧਰੀ ਬਣ ਗਏ, ਸਾਡੇ ਲੋਕ ਵੀ
ਉਹ ਲੋਕ ਜਿਹੜੇ ਅੱਜ ਵੀ ਸੀਰੀ ਪੁਣੇ ਦਾ ਕੰਮ ਕਰ ਰਹੇ ਆ, ਲੋਕਾਂ ਦੇ ਇਸ਼ਾਰਿਆਂ ਤੇ ਨੱਚ ਰਹੇ ਆ, ਲੋਕਾਂ ਤੋਂ ਦਿੱਤੇ ਹੋਏ ਦਾਣੇ ਆਪਣੇ ਘੋੜਿਆਂ ਨੂੰ ਖਵਾਉਂਦੇ ਆ, ਲੋਕਾਂ ਤੋਂ ਦਿੱਤੀਆਂ ਹੋਈਆਂ ਰਸਦਾਂ ਤੋਂ, ਘੜਮ ਚੌਧਰੀਆਂ ਦੀਆਂ ਦਿੱਤੀਆਂ ਹੋਈਆਂ ਰਸਦਾਂ ਤੋਂ ਜਿਨ੍ਹਾਂ ਦਾ ਦਾਲ ਫੁਲਕਾ ਚੱਲਦਾ ਆ, ਉਹ ਲੋਕ ਅੱਜ ਘੜਮ ਚੌਧਰੀਆਂ ਨਾਲ ਰਲ ਕੇ ਇਹ ਸਾਬਤ ਕਰ ਰਹੇ ਆ ਕਿ ਉਹ ਘੜਮ ਚੌਧਰੀਆਂ ਦੇ ਸੀਰੀ ਨੇ, ਤੇ ਉਹ ਲੋਕ ਰਲ ਕੇ ਇਕੱਠੇ ਹੋ ਕੇ ਮੈਨੂੰ ਅੰਦਰ ਵੀ ਕਰਵਾ ਸਕਦੇ ਨੇ। ਮੈਂ ਡਰਦਾ ਨਹੀਂ। ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਕਦੀ ਨਾ ਡਰਿਆ ਤੇ ਨਾ ਡਰੂਗਾ। ਉਸ ਦਿਨ ਚ ਉਹ ਦਿਨ ਹੀ ਨਹੀਂ, ਉਸ ਦਿਨ ਪੈਦਾ ਹੀ ਨਹੀਂ ਹੋਇਆ ਕਿ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਝੁਕ ਜਾਵੇ ਜਾਂ ਉਹ ਰੁਕ ਜਾਵੇ ਜਾਂ ਉਹ ਵਿਕ ਜਾਵੇ। ਐਸਾ ਕੋਈ ਦਿਨ ਪੈਦਾ ਹੀ ਨਹੀਂ ਹੋਇਆ। ਰਾਈਟ। ਸੋ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਦਾ ਐਲਾਨ ਹੋ ਗਿਆ। ਮੈਂ ਇਸ ਧਰਤੀ ਤੇ ਇਸ ਦੁਨੀਆ ਤੇ ਰਵਾਂ ਚਾਹੇ ਨਾ ਰਵਾਂ, ਲੇਕਿਨ ਇਹਨਾਂ ਕਮੈਂਟਾਂ ਦੇ ਵਿੱਚ ਜੋ ਨੰਬਰ ਆਉਣਗੇ, ਇਸ ਪੇਜ ਤੋਂ ਹੀ ਅਨਾਉਂਸਮੈਂਟ ਹੋਊਗੀ ਕਿ ਕਿਸ ਦਿਨ ਆਪਾਂ ਕੋਈ ਮੀਟਿੰਗ ਰੱਖਣੀ ਹੈ, ਤੇ ਉਸ ਦਿਨ ਅਸੀਂ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਨੂੰ ਅਮਲੀ ਜਾਮਾ ਪਹਿਨਾ ਦੇਵਾਂਗੇ। ਇਹਦੇ ਨਾਲ ਸਿਰਫ ਸੱਚੇ ਸੁੱਚੇ ਕਿਰਦਾਰ ਵਾਲੇ ਲੋਕ ਚੱਲਣਗੇ। ਸਾਡੀ ਜਥੇਬੰਦੀ ਕੋਈ ਦੁਕਾਨਦਾਰੀ ਨਹੀਂ ਹੋਊਗੀ, ਜਿੱਦਾਂ ਜ਼ਿਆਦਾਤਰ ਲੋਕ ਦੁਕਾਨਾਂ ਬਣਾ ਕੇ ਪੁਲਿਸ ਨਾਲ ਸਾਠ-ਗਾਂਠ ਕਰਕੇ ਆਪਣੇ ਸਮਾਜ ਦੇ ਲੋਕਾਂ ਦੇ ਛੋਟੇ-ਮੋਟੇ ਫੈਸਲਿਆਂ 'ਚ ਅੱਧੇ ਪੈਸੇ ਆਪ ਖਾਂਦੇ ਆ ਤੇ ਅੱਧੇ ਪ੍ਰਸ਼ਾਸਨ ਨੂੰ ਖਵਾਉਂਦੇ ਆ ਔਰ ਕਰਪਟ ਅਫਸਰਾਂ ਨੂੰ ਖਵਾਉਂਦੇ ਆ। ਉਹ ਲੋਕਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਜਥੇਬੰਦੀਆਂ ਦੇ ਨਾਮ ਦੇ ਉੱਤੇ। ਲੇਕਿਨ ਅਗਰ ਤੁਸੀਂ ਹੱਕ ਸੱਚ ਦੀ ਗੱਲ ਕਰਨ ਵਾਲੀ ਅਗਰ ਕਿਸੇ ਜਥੇਬੰਦੀ ਨਾਲ ਜੁੜਨਾ ਹੈ, ਉਹ ਹੈ ਮਜ਼ਦੂਰਾਂ ਦੀ ਆਵਾਜ਼। ਤੇ ਆਪਣਾ ਫੋਨ ਨੰਬਰ, ਆਪਣਾ ਏਰੀਆ ਔਰ ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ। ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ। 1-2 ਦਿਨ ਲੱਗ ਸਕਦੇ ਆ, ਲੇਕਿਨ ਇਸੇ ਪੇਜ ਤੋਂ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਗਤੀਵਿਧੀ ਦਾ ਪਤਾ ਲੱਗਦਾ ਰਹੂਗਾ ਔਰ ਮਜ਼ਦੂਰਾਂ ਦੀ ਆਵਾਜ਼ ਆਪ ਜੀ ਤੱਕ ਪਹੁੰਚਦੇ ਰਹੇਗੀ। ਰਾਈਟ। ਸੋ ਮਜ਼ਦੂਰਾਂ ਦੀ ਆਵਾਜ਼ ਜਥੇਬੰਦੀ ਨੂੰ ਆਪਾਂ ਜਲਦੀ ਰਜਿਸਟਰ ਕਰਵਾਵਾਂਗੇ। ਰਜਿਸਟਰ ਕਰਾਉਣ ਤੋਂ ਬਾਅਦ 11 ਮੈਂਬਰੀ ਕਮੇਟੀਆਂ ਪਿੰਡ ਵਾਈਜ਼, ਬਲਾਕ ਵਾਈਜ਼, ਸ਼ਹਿਰ ਵਾਈਜ਼, ਜ਼ਿਲ੍ਹਾ ਵਾਈਜ਼, ਸਟੇਟ ਵਾਈਜ਼ ਉਹ ਬਣਾਵਾਂਗੇ, ਪੂਰੇ ਇੰਡੀਆ ਦੇ ਵਿੱਚ ਬਣਾਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹਿੰਦੀ ਦੇ ਵਿੱਚ ਬੋਲਿਆ ਕਰੂੰਗਾ ਤਾਂ ਕਿ ਗੁਜਰਾਤ, ਯੂਪੀ, ਬਿਹਾਰ, ਹਿਮਾਚਲ, ਅਸਾਮ ਦੇ ਲੋਕ ਜਿਹੜੇ ਮਜ਼ਦੂਰ ਨੇ ਉਹ ਵੀ ਸਾਡੇ ਨਾਲ ਜੁੜ ਸਕਣਗੇ। ਅਸੀਂ ਇੱਕ ਬਹੁਤ ਵਿਸ਼ਾਲ ਆਪਣੀ ਲਕੀਰ ਖਿੱਚ ਦੇਵਾਂਗੇ। ਹੁਣ ਤੱਕ ਜਿਹੜੇ ਲੋਕਾਂ ਨੇ ਗਰੀਬਾਂ ਮਜਲੂਮਾਂ ਦੇ ਨਾਮ ਦੇ ਉੱਤੇ ਸਿਰਫ ਦੁਕਾਨਾਂ ਚਲਾਈਆਂ ਨੇ, ਮਜ਼ਦੂਰਾਂ ਦੀ ਆਵਾਜ਼ ਉਹਨਾਂ ਦੀ ਲਕੀਰ ਤੋਂ ਵੱਡੀ ਲਕੀਰ ਕਰਕੇ ਦਿਖਾਵੇਗੀ। ਵੀਰੋ ਬਸ ਯਾਦ ਰੱਖਿਓ, ਇਹ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਹੈ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ। ਇਹਨੂੰ ਦਬਾਉਣ ਦੇ ਲਈ ਬਹੁਤ ਜ਼ੋਰ ਲੱਗਾ ਪਿਆ ਵਿਰੋਧੀਆਂ ਦਾ। ਔਰ ਕੁਝ ਸਾਡੇ ਸੀਰੀ ਉਹਨਾਂ ਨਾਲ ਰਲ ਕੇ, ਜਿਨ੍ਹਾਂ ਨੂੰ ਸ਼ਾਮ ਨੂੰ ਟੁੱਕੜ ਮਿਲ ਜਾਣਾ ਆ, ਉਹਨਾਂ ਨੇ ਟੁੱਕੜ ਬੋਝ ਕੇ ਖਾ ਲੈਣਾ ਆ, ਉਹ ਲੋਕ ਰਲ ਗਏ ਆ ਵਿਰੋਧੀਆਂ ਦੇ ਨਾਲ। ਤੇ ਹੁਣ ਮੈਨੂੰ ਲੱਗਦਾ ਹੈ ਕਿ ਜਦੋਂ ਮੇਰੇ ਆਪਣੇ ਰਲ ਗਏ ਉਹਨਾਂ ਦੇ ਨਾਲ, ਹੁਣ ਹੋ ਸਕਦਾ ਹੈ ਕਿ ਮੈਨੂੰ ਜੇਲ੍ਹ ਜਾਣਾ ਪੈ ਸਕਦਾ ਆ ਜਾਂ ਮੈਨੂੰ ਇਸ ਦੁਨੀਆ ਤੋਂ ਵੀ ਜਾਣਾ ਪੈ ਸਕਦਾ ਆ। ਹੋ ਸਕਦਾ ਆ ਮੈਨੂੰ ਮੇਰਾ ਕੋਈ ਆਪਣਾ ਮਾਰ ਸਕਦਾ ਆ। ਮੈਨੂੰ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ ਆਪਣੇ ਸਮਾਜ ਲਈ। ਮੈਂ ਆਪਣੀ ਜ਼ਿੰਦਗੀ ਤੋਂ ਪਹਿਲੇ ਅੱਕਿਆ ਪਿਆ। ਮੇਰੇ 2 ਭਰਾ ਸੀਗੇ, ਉਹ ਛੋਟੇ, ਉਹ ਮਰ ਗਏ। ਮੇਰੀ ਮਾਂ ਚਲੀ ਗਈ। ਹੁਣ ਮੇਰੇ ਬੱਚੇ ਆ, ਮੇਰੀ ਵਾਈਫ ਆ, ਉਹ ਕਿਸੇ ਤਰੀਕੇ ਨਾਲ ਆਪਣਾ ਮਿਹਨਤ ਮਜ਼ਦੂਰੀ ਕਰਕੇ ਉਹ ਆਪਣਾ ਘਰ ਪਾਲ ਲੈਣਗੇ। ਮੈਂ ਆਪਣੀ ਜ਼ਿੰਦਗੀ ਮਜ਼ਦੂਰਾਂ ਦੇ ਨਾਮ ਲੇਖੇ ਲਾ ਦਿੱਤੀ ਆ। ਜਿਊਂਗਾ ਮਜ਼ਦੂਰਾਂ ਲਈ, ਮਰੂੰਗਾ ਮਜ਼ਦੂਰਾਂ ਦੇ ਲਈ। ਸੋ ਮੈਂ ਆਖਰੀ ਦੇ ਵਿੱਚ ਇਹ ਬੇਨਤੀ ਕਰਦਾ ਕਿ ਮੈਂ ਕਦੀ ਕੋਈ ਉਹ ਸ਼ਬਦ ਨਹੀਂ ਬੋਲਦਾ ਜਿਹਦੇ ਨਾਲ ਮੇਰੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲਿਆਂ ਨੂੰ ਠੇਸ ਪਹੁੰਚੇ। ਮੇਰਾ ਕਦੀ ਕਿਸੇ ਜਾਤੀ ਵਿਸ਼ੇਸ਼ ਦੇ ਨਾਲ ਕੋਈ ਨਫ਼ਰਤ ਨਹੀਂ ਹੈ, ਲੇਕਿਨ ਨਫ਼ਰਤ ਉਹਨਾਂ ਘੜਮ ਚੌਧਰੀਆਂ ਨਾਲ ਜਿਹੜੇ ਖੁਦ ਦੀ ਜਾਤੀ ਦਾ ਨਾਮ ਲੈ ਕੇ ਲਲਕਾਰਾ ਮਾਰ ਕੇ ਦੂਜੇ ਦੀ ਜਾਤੀ ਨੂੰ ਨੀਵਾਂ ਦਿਖਾ ਕੇ ਔਰ ਉਹਨਾਂ ਨੂੰ ਗਾਲਾਂ ਕੱਢਦੇ ਆ, ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲਦੇ ਆ ਔਰ ਉਹਨਾਂ ਨੂੰ ਜਲੀਲ ਕਰਦੇ ਆ, ਉਹਨਾਂ ਦੇ ਹੱਕ ਖਾਂਦੇ ਆ। ਮਨਰੇਗਾ ਦੇ ਪੈਸੇ ਮਿਹਨਤ ਕਰਦਾ ਆ ਮਜ਼ਦੂਰ ਤੇ ਅਕਾਊਂਟਾਂ ਦੇ ਵਿੱਚ ਪੈਸੇ ਚਲੇ ਜਾਂਦੇ ਆ ਘੜਮ ਚੌਧਰੀਆਂ ਦੇ। ਤੁਹਾਡੀ ਤੀਜੇ ਹਿੱਸੇ ਦੀ ਜ਼ਮੀਨ, ਉਹ ਤੁਹਾਡੀ ਜ਼ਮੀਨ ਘੜਮ ਚੌਧਰੀਆਂ ਨੇ ਦੱਬੀ ਹੋਈ ਆ। ਤੁਹਾਨੂੰ ਕਦੀ ਨਹੀਂ ਉਹ ਤੁਹਾਡਾ ਅਧਿਕਾਰ ਦੇਣਗੇ। 9 ਮਾਸ ਦੇ ਰਿਸ਼ਤੇ ਦੀ ਗੱਲ ਸਿਰਫ ਬਿਆਨਾਂ ਦੇ ਵਿੱਚ ਹੀ ਆ। 9 ਮਾਸ ਦਾ ਰਿਸ਼ਤਾ, ਉਹ ਮੈਂ ਸੱਚ ਦੱਸਦਾ ਆ। ਮੇਰੇ ਤੇ ਭਰੋਸਾ ਨਾ ਕਰੋ, ਤੁਹਾਨੂੰ ਜੋ ਪਤਾ ਆ ਸੱਚ, ਬਸ ਉਹਦੇ ਤੇ ਭਰੋਸਾ ਕਰੋ। ਜੋ 9 ਮਾਸ ਦਾ ਰਿਸ਼ਤਾ ਕਹਿਣ ਵਾਲੇ, ਜੋ ਮਜ਼ਦੂਰਾਂ ਦੇ ਨਾਲ ਮਤੇ ਪਾਉਂਦੇ ਆ, ਉਹਨਾਂ ਤੇ ਜ਼ੁਲਮ ਕਰਦੇ ਆ, ਉਹਨਾਂ ਦੇ ਹਿੱਸੇ ਦੀ 2 ਰੁਪਏ ਕਿਲੋ ਵਾਲੀ ਕਣਕ ਖਾ ਜਾਂਦੇ ਆ। ਤੁਸੀਂ ਸੋਚ ਕੇ ਦੇਖੋ
ਕਿ ਉਹ ਲੋਕ 9 ਮਾਸ ਦਾ ਰਿਸ਼ਤਾ ਕਰਦੇ ਆ, ਜਿਹੜੇ ਲੋਕ ਤੁਹਾਡੇ ਰੈਜ਼ਰਵੇਸ਼ਨ ਤੁਹਾਡੀ ਹਿੱਸੇਦਾਰੀ ਤੱਕ ਰੱਖਦੇ ਆ, ਉਹਨਾਂ ਦੀ ਹਿੱਸੇਦਾਰੀ ਆ ਮੰਡਲ ਕਮਿਸ਼ਨ 'ਚ, ਉਹਦੇ ਲਈ ਨਹੀਂ ਲੜਦੇ, ਲੇਕਿਨ ਤੁਹਾਡੀ ਹਿੱਸੇਦਾਰੀ ਦੇ ਉੱਤੇ ਨਿਗਾਹ ਰੱਖਦੇ ਆ। ਉਹ ਕਹਿੰਦੇ ਆ ਵੀ ਤੁਹਾਡੀ ਹਿੱਸੇਦਾਰੀ ਉਹਨਾਂ ਦਾ ਘਾਟਾ ਕਰਾ ਗਈ, ਜਦ ਕਿ ਉਹ ਕਰਜ਼ੇ ਲੈ ਕੇ ਮਾਫ ਕਰਾਉਂਦੇ ਆ। ਮਜ਼ਦੂਰ ਕਦੀ ਵੀ ਹਾਂ ਦਾ ਨਾਰਾ ਨਹੀਂ ਮਾਰਦਾ, ਮਜ਼ਦੂਰ ਕਦੀ ਵਿਰੋਧ ਨਹੀਂ ਕਰਦਾ, ਲੇਕਿਨ ਉਹ ਘੜਮ ਚੌਧਰੀ ਤੁਹਾਡੀ 2 ਰੁਪਏ ਕਿਲੋ ਵਾਲੀ ਕਣਕ, ਤੁਹਾਡੇ ਨੀਲੇ ਕਾਰਡ, ਤੁਹਾਡੇ ਮਨਰੇਗਾ ਦੇ ਪੈਸੇ ਖਾ ਜਾਂਦੇ ਆ। ਉਹ ਲੋਕ ਬਿਆਨ ਦਿੰਦੇ ਆ ਕਿ 9 ਮਾਸ ਦਾ ਰਿਸ਼ਤਾ, ਇਹ ਤੁਸੀਂ ਸਾਰੇ ਜਾਣਦੇ ਹੋ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਐਵੇਂ ਨਹੀਂ ਬੋਲਦਾ, ਕੋਈ ਵਜ੍ਹਾ ਆ ਤਾਈਓ ਬੋਲਦਾ ਆ। ਸਾਥੀਓ, ਵੀਡੀਓ ਜ਼ਿਆਦਾ ਲੰਮੀ ਹੋ ਗਈ ਆ। ਆਪ ਜੀ ਦਾ ਧੰਨਵਾਦ। 2500 ਤੋਂ ਵੱਧ ਲੋਕ ਲਾਈਵ ਦੇਖ ਰਹੇ ਸੀ, ਔਰ ਅੱਜ ਤੁਹਾਡੇ ਸਾਹਮਣੇ ਜੋ ਮੇਰੇ ਹੰਝੂ ਵੀ ਆਏ ਨੇ, ਇਹ ਕੋਈ ਐਕਟਿੰਗ ਨਹੀਂ ਹੈ, ਕੋਈ ਕਲਾਕਾਰੀ ਨਹੀਂ ਹੈ, ਇਹ ਦਰਦ ਸੀਗਾ। ਉਹ ਦਰਦ ਤੁਹਾਡੇ ਨਾਲ ਸ਼ੇਅਰ ਕੀਤਾ ਆ, ਕਿਉਂਕਿ ਲੜ ਰਿਹਾ ਮੈਂ ਲੋਕਾਂ ਦੀ ਲੜਾਈ। ਮੇਰੀ ਮਾਂ ਦੇ ਸਿਵੇ ਫੋਲ ਕੇ ਉਹਦੇ ਕਿਰਦਾਰ ਖੁਸ਼ੀ ਕੀਤੀ ਜਾ ਰਹੀ ਆ ਲੋਕਾਂ ਵੱਲੋਂ, ਲੇਕਿਨ ਮੇਰੇ ਲੋਕ ਚੁੱਪ ਨੇ। ਬਾਬਾ ਸਾਹਿਬ ਵਾਰੀ ਵੀ ਚੁੱਪ ਸੀ, ਸਾਹਿਬ ਕਾਂਸ਼ੀ ਰਾਮ ਜੀ ਵਾਰੀ ਵੀ ਚੁੱਪ ਸੀ, ਚੁੱਪ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਵਾਰੀ ਵੀ ਆ। ਪਰ ਯਾਦ ਰੱਖਿਓ, ਜਿਹੜੇ ਅੱਜ ਨਹੀਂ ਬੋਲਦੇ, ਅੱਜ ਨਹੀਂ ਸਾਥ ਦਿੰਦੇ, ਮੇਰੇ ਵੀਰੋ, ਸਾਡੇ ਮਰਨ ਤੋਂ ਬਾਅਦ ਸਾਡੇ ਨਾਂ ਦੀਆਂ ਜਥੇਬੰਦੀਆਂ ਨਾ ਬਣਾਉਣ ਦਿਓ ਕਿਸੇ ਨੂੰ। ਮੇਰੇ ਨਾਮ ਦੀ ਜਥੇਬੰਦੀ ਕਿਸੇ ਨੂੰ ਨਾ ਬਣਾਉਣ ਦਿਓ, ਚਾਹੇ ਮੇਰਾ ਖੁਦ ਦਾ ਲੜਕਾ ਹੀ ਕਿਉਂ ਨਾ ਹੋਵੇ। ਮੇਰੇ ਨਾਮ ਦੇ ਸਟੈਚੂ ਨਾ ਲੱਗਣ ਦਿਓ ਮਰਨ ਤੋਂ ਬਾਅਦ, ਕਿਉਂਕਿ ਜਿਉਂਦੇ ਜੀ ਜੇ ਕਦਰ ਨਹੀਂ ਕੀਤੀ ਤੇ ਮਰਨ ਤੋਂ ਬਾਅਦ ਸਟੈਚੂ ਲਾ ਕੇ ਸਾਡਾ ਹੋਰ ਦਿਲ ਨਾ ਦਿਖਾਇਓ, ਕਿਉਂਕਿ ਸਾਡੀ ਰੂਹ ਕਿਤੇ ਨਾ ਕਿਤੇ ਕਲਪੂਗੀ ਕਿ ਜਿਉਂਦੇ ਜੀ ਤੁਹਾਡੇ ਹੱਕਾਂ ਦੇ ਲਈ ਅਸੀਂ ਲੜਦੇ ਰਹੇ, ਲੇਕਿਨ ਤੁਹਾਨੂੰ ਚਾਚਾ ਕਹਿਣ ਦੀ ਆਦਤ ਛਡਾਉਂਦੇ ਰਹੇ, ਤੁਹਾਨੂੰ ਖੁਰਲੀਆਂ 'ਚ ਹੱਥ ਮਰਵਾਉਣ ਦੇ ਲਈ ਛਡਵਾਉਂਦੇ ਰਹੇ। ਅਸੀਂ ਆਪਣਾ ਆਪ ਵਾਰ ਦਿੱਤਾ, ਤੁਹਾਨੂੰ ਖੁਰਲੀਆਂ 'ਚੋਂ ਹੱਥ ਮਰਵਾਉਣੇ ਛਡਾਉਣੇ ਸੀ, ਤੁਹਾਨੂੰ ਚਾਚਾ ਕਹਿਣਾ ਛਡਾਉਣਾ ਸੀ, ਤੁਹਾਨੂੰ ਪੈਂਦਾ ਤੇ ਵਹਿਣਾ ਹਟਾਉਣਾ ਸੀ, ਔਰ ਤੁਹਾਨੂੰ ਗੁਲਾਮੀ 'ਚੋਂ ਕੱਢਣਾ ਸੀ। ਪਰ ਯਾਦ ਰੱਖਿਓ, ਜੇ ਤੁਸੀਂ ਨਾ ਨਿਕਲੇ, ਆ ਹੁਣ ਇੱਕ ਪਾਸਾ ਕਰ ਲਓ ਮੇਰੇ ਵੀਰੋ, ਹੁਣ ਇੱਕ ਪਾਸਾ ਕਰ ਲਓ। ਅੱਜ ਪੂਰੇ ਵਰਲਡ ਦੇ ਵਿੱਚ ਤੁਹਾਡੇ ਵੀਜ਼ ਨੇ ਆਵਾਜ਼ ਚੁੱਕੀ ਆ, ਇਹ ਆਵਾਜ਼ ਨੂੰ ਪਿੱਛੇ ਨਾ ਹਟਣ ਦਿਓ। ਆਪਾਂ ਇੱਕ ਪਾਸਾ ਕਰਨਾ, ਹਿੰਦੂ ਸਨਾਤਨੀ ਭਰਾਓ, ਈਸਾਈ ਭਰਾਓ, SCBC ਭਰਾਓ, ਮੇਰੇ ਵੀਰੋ ਹੁਣ ਇੱਕ ਪਾਸਾ ਕਰੋ। ਸਿੱਖ ਆਗੂਆਂ ਨੂੰ ਇਹ ਕਹੋ ਕਿ ਜਾਤਾਂ ਗਾਤਰੇ ਪਾਉਣ ਵਾਲੇ ਲੋਕ, ਕਕਾਰ ਪਾਉਣ ਵਾਲੇ ਲੋਕ ਆਪਣੇ ਨਾਮ ਦੇ ਨਾਲ ਖਾਲਸੇ ਲਾਉਣ, ਆਪਣੇ ਇਲਾਕੇ ਦਾ ਨਾਮ ਜਾਂ ਆਪਣੀਆਂ ਜਾਤਾਂ ਗੋਤਾਂ ਨਾ ਲਾਉਣ। ਹੁਣ ਵੀਰੋ ਇੱਕਾ ਕਰ ਲਿਓ, ਜਾਤਾਂ ਦੇ ਆਧਾਰ ਦੇ ਉੱਤੇ ਗਾਣੇ ਬੰਦ ਕਰਾ ਦਿਓ ਮੇਰੇ ਵੀਰੋ, ਇਹ ਤੁਸੀਂ ਬੰਦ ਕਰਾਉਣਾ ਆ। ਮੈਂ ਕੱਲਾ ਅੱਗੇ ਲੱਗ ਕੇ ਸਿਰ ਤੇ ਖੱਫਣ ਬਣ ਕੇ ਮੌਤ ਨੂੰ ਮਾਸੀ ਕਹਿ ਕੇ ਮੈਂ ਆਵਾਜ਼ ਸ਼ੁਰੂ ਕੀਤੀ ਆ। ਸਾਹਿਬ ਕਾਂਸ਼ੀ ਰਾਮ ਜੀ ਨੇ ਵੀ ਸ਼ੁਰੂ ਕੀਤੀ ਸੀ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸ਼ੁਰੂ ਕੀਤੀ ਸੀ, ਮੈਂ ਵੀ ਸ਼ੁਰੂ ਕੀਤੀ ਆ। ਉਹਨਾਂ ਦੇ ਮਾਰਗ ਤੇ ਚੱਲਦਿਆਂ ਹੋਇਆ ਮੇਰੇ ਤੇ ਬੜੇ ਬੜੇ ਇਲਜ਼ਾਮ ਲੱਗਦੇ ਆ, ਪਰ ਮੇਰਾ RSS ਨਾਲ ਕੋਈ ਸਬੰਧ ਨਹੀਂ ਆ, ਨਾ ਸੀਗਾ ਤੇ ਨਾ ਹੈ। ਮੈਂ ਮਰੂੰਗਾ ਜਿਸ ਦਿਨ, ਉਸ ਦਿਨ ਗਰੀਬਾਂ ਦੇ ਅੰਦੋਲਨ, ਗਰੀਬਾਂ ਦਾ ਨੀਲਾ ਰੰਗ, ਗਰੀਬਾਂ ਦੇ ਅੰਦੋਲਨ ਦਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਨੀਲਾ ਰੰਗ, ਬਸ ਮੇਰੀ ਅਗਰ ਇਸ ਦੁਨੀਆ ਤੋਂ ਮੈਂ ਚਲਾ ਗਿਆ ਤੇ ਇਸ ਮਿੱਟੀ ਦੇ ਉੱਤੇ ਜਿਹੜੀ ਦੇਹ ਇੱਥੇ ਪਾਰਥਿਵ ਸਰੀਰ ਨੂੰ ਜਦੋਂ ਅੱਗ ਲੱਗੂਗੀ, ਉਹਦੇ ਤੇ ਚਿੱਟਾ ਕਫਨ ਨਾ ਪਾਇਓ, ਉਹਦੇ ਤੇ ਨੀਲਾ ਕਫਨ ਪਾਇਓ। ਓਏ ਨੀਲੇ ਕਫਨ ਦੀ ਰਿਵਾਇਤ ਸ਼ੁਰੂ ਕਰ ਦਵੋ। ਸਾਨੂੰ ਚਿੱਟੇ ਖੱਫਣ ਦੀ ਲੋੜ ਨਹੀਂ, ਸਾਨੂੰ ਨੀਲੇ ਖੱਫਣ ਦੀ ਲੋੜ ਆ। ਸਾਨੂੰ ਆਜ਼ਾਦੀ ਦੀ ਲੋੜ ਆ। ਨੀਲਾ ਖੱਫਣ ਆਜ਼ਾਦੀ ਦਾ ਪ੍ਰਤੀਕ ਆ ਮੇਰੇ ਵੀਰੋ। ਨੀਲਾ ਖੱਫਣ ਸ਼ੁਰੂ ਕਰ ਦੋ। ਅਸੀਂ ਹੁਣ ਕਿਉਂਕਿ ਜਿਹੜਾ ਦੁਨੀਆ ਤੋਂ ਚਲਾ ਗਿਆ ਉਹ ਤੇ ਚਲਾ ਗਿਆ, ਅਸੀਂ ਚਲਾ ਗਿਆ। ਆਓ ਇੱਕ ਨਵੀਂ ਸ਼ੁਰੂਆਤ ਕਰੀਏ। ਮੈਂ ਆਪਣਾ ਖੱਫਣ ਜਿਉਂਦੇ ਜੀ ਅੱਜ ਹੀ ਖਰੀਦਾਂਗਾ, ਅੱਜ ਜਾਂ ਕੱਲ ਦੇ ਵਿੱਚ ਖਰੀਦਾਂਗਾ। ਖਰੀਦ ਕੇ ਲਾਈਵ ਹੋ ਕੇ ਤੁਹਾਨੂੰ ਦਿਖਾਵਾਂਗਾ ਕਿ ਮੈਂ ਨੀਲੇ ਰੰਗ ਦਾ ਖੱਫਣ ਆਪਣੇ ਜਿਉਂਦੇ ਜੀ ਖਰੀਦ ਲਿਆ ਮੇਰੇ ਵੀਰੋ। ਮੈਂ ਨੀਲੇ ਰੰਗ ਦਾ ਖੱਫਣ ਜਿਉਂਦੇ ਜੀ ਖਰੀਦ ਲਿਆ। ਜਿਸ ਦਿਨ ਮੈਂ ਮਰਿਆ ਪਲੀਜ਼ ਮੇਰੇ ਉੱਤੇ ਨੀਲਾ ਖੱਫਣ ਪਾਇਓ। ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਵਾਲਾ ਨੀਲਾ ਰੰਗ ਮੇਰੇ ਤੇ ਪਾਇਓ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਵਾਲਾ ਰੰਗ ਮੇਰੇ ਉੱਤੇ ਪਾਇਓ। ਇੰਨੀਆਂ ਕੀ ਬੇਨਤੀਆਂ ਕਰਨੀਆਂ ਸੀ ਤੁਹਾਡੇ ਚਰਨਾਂ ਦੇ ਵਿੱਚ। ਧੰਨਵਾਦ, ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਸਾਰਿਆਂ ਦਾ। ਥੈਂਕ ਯੂ very much. Love you all. Actually, I am a qualified doctor. I don't want to use hot words on social media because I don't want to use hot words on social media. But ਸਾਨੂੰ ਮਜਬੂਰ ਕੀਤਾ ਜਾਂਦਾ ਆ। ਅਮਰੀਕ ਸਿੰਘ ਬਾਜਵੇ ਵਰਗੇ ਬੰਦੇ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਨੋਲਦੇ ਆ ਵੀਰੋ, ਉਹ ਲੋਕ ਇਦਾਂ ਦੇ ਪੜ੍ਹੇ ਲਿਖੇ ਲੋਕਾਂ ਨੂੰ ਰਫ ਭਾਸ਼ਾ ਬੋਲਣ ਦੇ ਲਈ ਮਜਬੂਰ ਕਰਦੇ ਆ। We are spreading awareness in public
ਅਸੀਂ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਈ ਡੋਂਟ ਵਾਂਟ ਟੂ ਯੂਜ਼ ਹੌਟ ਵਰਡਸ ਔਨ ਸੋਸ਼ਲ ਮੀਡੀਆ, ਆਈ ਡੋਂਟ ਵਾਂਟ, ਬਟ ਸਾਨੂੰ ਪ੍ਰਵੋਕ ਕੀਤਾ ਜਾਂਦਾ ਆ, ਸਾਨੂੰ ਮਜਬੂਰ ਕੀਤਾ ਜਾਂਦਾ ਆ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਮੈਂ ਜੇਲ੍ਹ ਜਾਊਂਗਾ, ਪਰ ਜੇਲ੍ਹ ਦੀ ਯੂਨੀਵਰਸਿਟੀ ਤੋਂ ਵਿੱਚੋਂ ਕੁਛ ਨਾ ਕੁਛ ਸਿੱਖ ਕੇ ਆਊਂਗਾ। ਮੇਰੇ ਵੀਰੋ, ਹੁਣ ਤੱਕ ਮੈਂ ਸ਼ਰਾਫਤ ਦੇ ਨਾਲ ਚੱਲਿਆ ਸਾਂ। ਅਗਰ ਮੈਂ ਜੇਲ੍ਹ ਚਲਾ ਗਿਆ ਇਸ ਵਾਰ, ਤੇ ਜੇ ਮੈਂ ਜਿਉਂਦਾ ਜੇਲ੍ਹ ਦੇ ਵਿੱਚੋਂ ਵਾਪਸ ਆਇਆ, ਮੈਂ ਫੂਲਨ ਦੇਵੀ ਵਾਲਾ ਰਾਹ ਇਖਤਿਆਰ ਕਰੂੰਗਾ। ਅਗਰ ਮੈਂ ਜੇਲ੍ਹ ਚਲਾ ਗਿਆ, ਮੈਂ ਸਾਡੀ ਭੈਣ ਵੀਰਾਂਗਣਾ ਫੂਲਨ ਦੇਵੀ ਵਾਲੀ ਸੋਚ ਲੈ ਕੇ ਆਊਂਗਾ ਜੇਲ੍ਹ ਤੋਂ। ਅਗਰ ਮੈਂ ਬਾਹਰ ਆਊਂਗਾ, ਵੈਸੇ ਮੈਨੂੰ ਪਤਾ ਆ ਕਿ ਮੈਨੂੰ ਜੇਲ੍ਹ 'ਚ ਭਿਜਵਾ ਕੇ ਮੈਨੂੰ ਉੱਥੇ ਮਰਵਾ ਦਿੱਤਾ ਜਾਊਗਾ, ਲੇਕਿਨ ਅਗਰ ਮੈਂ ਜਿਉਂਦਾ ਬਾਹਰ ਆਇਆ ਤੇ ਮੈਂ ਆਜ਼ਾਦੀ ਦੀ ਖਾਤਰ ਮੈਨੂੰ ਸ਼ਰਾਫਤ ਵਾਲਾ ਚੋਲਾ ਲਾ ਕੇ ਫੂਲਨ ਦੇਵੀ ਵਾਲੀ ਸੋਚ ਅਗਰ ਅਪਣਾਉਣੀ ਪਈ ਆਪਣੇ ਭੈਣ ਭਰਾਵਾਂ ਲਈ, ਗਰੀਬਾਂ ਮਜਲੂਮਾਂ ਮਜ਼ਦੂਰਾਂ ਤੇ ਹੋ ਰਹੇ ਜ਼ੁਲਮ ਦੀ ਖਾਤਰ, ਮੈਨੂੰ ਉਹ ਰੂਪ ਅਪਣਾਉਣਾ ਪਿਆ ਤੇ ਮੈਂ ਅਪਣਾਊਂਗਾ। ਲੇਕਿਨ ਅਸੀਂ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਪਿਆਰ ਕਰਦੇ ਹਾਂ, ਸੰਵਿਧਾਨ ਦੇ ਦਾਇਰੇ 'ਚ ਹੀ ਰਵਾਂਗੇ। ਮੈਨੂੰ ਆਪਣੇ ਸੰਵਿਧਾਨ ਦੇ ਉੱਤੇ ਪੂਰਾ ਭਰੋਸਾ ਹੈ। ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ। ਔਰ ਅਗਰ ਦਬਾਅ ਬਣਾ ਕੇ ਜੇ ਮੈਂ ਜੇਲ੍ਹ ਚਲਾ ਗਿਆ ਤੇ ਇੱਕ ਨਵਾਂ ਗੁਰਿੰਦਰ ਸਿੰਘ ਅਟਵਾਲ ਪੈਦਾ ਹੋਊਗਾ, ਹੁਣ ਫਿਰ ਮੈਂ ਆਪਣੇ ਨਾਮ ਨਾਲੋਂ ਡਾਕਟਰ ਵੀ ਲਾ ਦੂੰਗਾ ਤੇ ਰੰਗਰੇਟਾ ਵੀ ਲਾ ਦੂੰਗਾ। ਕਿਉਂਕਿ ਜੇ ਤੁਸੀਂ ਇਸ ਸ਼ਬਦ ਦੀ ਕਦਰ ਨਹੀਂ ਕੀਤੀ ਤੇ ਕੋਈ ਗੱਲ ਨਹੀਂ, ਮੈਂ ਆਪਣੇ ਨਾਮ ਨਾਲੋਂ, ਪਹਿਲੀ ਗੱਲ ਤੇ ਮੈਨੂੰ ਸੰਵਿਧਾਨ ਤੇ ਭਰੋਸਾ ਕਿ ਮੈਂ ਲੜੂੰਗਾ ਕਿਉਂਕਿ ਕੋਰਟ ਕਚਹਿਰੀਆਂ ਦੇ ਵਿੱਚ ਮੈਂ ਪੱਲਿਓਂ ਪੈਸੇ ਖਰਚ ਕਰਕੇ ਲੜਦਾ। ਉੱਥੇ ਮੈਂ ਲੜਦਾ ਪੱਲਿਓਂ ਪੈਸੇ ਖਰਚ ਕਰਕੇ, ਲੇਕਿਨ ਇੱਥੇ ਮੈਂ ਲੜਦਾ ਜ਼ਮੀਨੀ ਪੱਧਰ ਦੇ ਉੱਤੇ ਆਪਣੇ ਸਮਾਜ ਦੇ ਲਈ। ਲੇਕਿਨ ਮੇਰੇ ਤੇ ਵੱਡੇ ਵੱਡੇ ਲਾਂਛਨ ਤੇ ਵੱਡੀਆਂ ਵੱਡੀਆਂ ਤੋਮਤਾਂ ਕੁਝ ਕੜਮ ਚੌਧਰੀਆਂ ਦੇ ਸੀਰੀ ਜਿਹੜੇ ਨੇ ਉਹ ਲਾਉਂਦੇ ਨੇ, ਮੈਨੂੰ ਪਰਵਾਹ ਨਹੀਂ, ਕਿਉਂਕਿ ਮੈਨੂੰ ਪਿਆਰ ਕਰਨ ਵਾਲੇ ਲੋਕ ਬਹੁਤ ਨੇ। ਥੈਂਕ ਯੂ ਵੈਰੀ ਮਚ ਵੀਰੋ। ਸੋ ਮੈਂ, ਹੋ ਸਕਦਾ ਹੈ ਕਿ ਵਿਰੋਧੀ ਜਿੱਤ ਜਾਣ, ਹੋ ਸਕਦਾ ਵਿਰੋਧੀ ਇਕੱਠੇ ਹੋ ਕੇ ਪੈਸੇ ਦੇ ਦਮ ਤੇ ਜਿੱਤ ਜਾਣ, ਹੋ ਸਕਦਾ ਹੈ ਜੇ ਮੈਂ ਜਿਸ ਦਿਨ ਲਾਈਵ ਲਾਇਆ, ਸਮਝ ਲਓ ਜਾਂ ਤੇ ਮੈਂ ਜੇਲ੍ਹ ਜਾਂ ਮੇਰੀ ਮੌਤ ਹੋ ਚੁੱਕੀ ਹੈ, ਮੈਨੂੰ ਧੋਖੇ ਨਾਲ ਮਾਰ ਦਿੱਤਾ ਗਿਆ। ਯਾਦ ਰੱਖਿਓ, ਮੈਂ ਹਰ ਰੋਜ਼ ਲਾਈਵ ਆਊਂਗਾ, ਹਰ ਰੋਜ਼ ਤੁਹਾਡੇ ਨਾਲ ਆਪਣੀਆਂ ਭਾਵਨਾਵਾਂ ਸ਼ੇਅਰ ਕਰੂੰਗਾ। ਹਰ ਰੋਜ਼ ਅਸੀਂ ਮਜ਼ਦੂਰਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਅਸੀਂ ਪਲੈਨਿੰਗਾਂ ਕਰਾਂਗੇ। ਤੁਸੀਂ ਸਾਥ ਕਿੰਨੇ ਦੇਣਾ ਮੇਰਾ, ਕਿੰਨੇ ਸਾਥ ਦੇਣਾ ਮੇਰਾ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਫੇਸਬੁੱਕ ਪੇਜ ਨੂੰ, ਜਿੱਥੋਂ ਮੈਂ ਲਾਈਵ ਹੋਣਾ ਆ, ਇਹਨੂੰ ਫੋਲੋ ਕਰੋ, ਲਾਈਕ ਕਰੋ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ YouTube ਪੇਜ ਹੈ, ਅਗਰ ਤੁਸੀਂ YouTube ਦੇ ਉੱਤੇ ਹੋ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ। ਔਰ ਅਗਰ ਇੱਕ ਚੀਜ਼ ਇਹਨਾਂ ਦੋਨਾਂ ਚੋਂ ਕੋਈ ਵੀ ਬੰਦ ਕਰਾਈ ਜਾ ਸਕਦੀ ਹੈ, ਵਿਰੋਧੀਆਂ ਵੱਲੋਂ ਬਲੌਕ ਕਰਾਈ ਜਾ ਸਕਦੀ ਹੈ। ਅਗਰ ਇੱਕ ਚੀਜ਼ ਬੰਦ ਹੋ ਗਈ ਤੇ ਦੂਜੀ ਤੇ ਆਊਂਗਾ, ਦੂਜੀ ਤੇ ਨਹੀਂ ਤੇ ਤੀਜਾ। ਇੰਸਟਾਗ੍ਰਾਮ ਤੇ ਮੈਨੂੰ ਲੱਭਣ ਦੀ ਕੋਸ਼ਿਸ਼ ਕਰਿਓ। ਇੰਸਟਾਗ੍ਰਾਮ ਦੇ ਉੱਤੇ ਡਾਕਟਰ ਗੁਰਿੰਦਰ ਸਿੰਘ ਅਟਵਾਲ ਭਰਿਓ, ਉੱਥੇ ਮੈਂ ਡਾਕਟਰ ਗੁਰਿੰਦਰ ਸਿੰਘ ਅਟਵਾਲ ਦੇ ਨਾਮ ਤੇ ਆ। ਪਹਿਲੀ ਗੱਲ ਤੇ ਸੰਵਿਧਾਨ ਤੇ ਭਰੋਸਾ ਆ, ਮੈਨੂੰ ਯਕੀਨ ਆ ਕਿ ਮੈਂ ਲੜੂੰਗਾ। ਔਰ ਮੈਨੂੰ ਕਾਨੂੰਨ ਤੇ ਭਰੋਸਾ ਆ, ਪ੍ਰਸ਼ਾਸਨ ਤੇ ਭਰੋਸਾ ਆ। ਹੋ ਸਕਦਾ ਕਿ ਕੁਝ ਪ੍ਰਸ਼ਾਸਨ ਦੇ ਵਿੱਚ ਮਾੜੀ ਸੋਚ ਵਾਲੇ ਲੋਕ ਨੇ ਜਿਹੜੇ ਵਿਰੋਧੀਆਂ ਦੀ ਪੈਸੇ ਦੀ ਤਾਕਤ ਦੇ ਅੱਗੇ ਝੁਕ ਜਾਣ ਤੇ ਉਹ ਇਸ ਮਜ਼ਦੂਰਾਂ ਦੀ ਆਵਾਜ਼ ਨੂੰ ਅੰਦਰ ਕਰਾਉਣ ਦੇ ਲਈ ਉਹ ਵਾਹ ਲਾ ਦੇਣ, ਹੋ ਸਕਦਾ ਹੈ। ਲੇਕਿਨ ਮੈਨੂੰ ਡਰ ਨਹੀਂ, ਮੈਨੂੰ ਪਰਵਾਹ ਨਹੀਂ। ਪਰ ਮੇਰੇ ਵੀਰੋ, ਇਹ ਆਵਾਜ਼ ਜੇਲ੍ਹ ਤੋਂ ਅਗਰ ਮੈਂ ਜਿਉਂਦਾ ਵਾਪਸ ਆਇਆ ਤੇ ਫਿਰ ਗੁਰਿੰਦਰ ਸਿੰਘ ਦਾ ਕੋਈ ਹੋਰ ਰੂਪ ਹੋਵੇਗਾ। ਜਿਹੜੀ ਜੇਲ੍ਹ ਦੇ ਵਿੱਚ ਮੈਨੂੰ ਭੇਜਿਆ ਜਾਊਗਾ, ਜੇਲ੍ਹ ਨਹੀਂ, ਉਹ ਇੱਕ ਤਰ੍ਹਾਂ ਦੀ ਕ੍ਰਾਈਮ ਦੀ ਯੂਨੀਵਰਸਿਟੀ ਆ। ਮੈਂ ਉੱਥੋਂ ਡਿਗਰੀਆਂ ਲੈ ਕੇ ਵਾਪਸ ਆਊਂਗਾ ਜੇ ਮੈਂ ਐਤਕੀ ਜੇਲ੍ਹ ਚਲਾ ਗਿਆ। ਜਦੋਂ ਮੈਂ ਜੇਲ੍ਹ ਤੋਂ ਵਾਪਸ ਆਊਂਗਾ, ਉਸ ਤੋਂ ਬਾਅਦ ਕੜਮ ਚੌਧਰੀਆਂ ਦੀ ਨੀਂਦ ਹਰਾਮ ਕਰ ਦੂੰਗਾ। ਫਿਲਹਾਲ ਮੈਂ ਸੰਵਿਧਾਨ ਦੇ ਦਾਇਰੇ 'ਚ ਆ, ਸੰਵਿਧਾਨ ਨੂੰ ਪਿਆਰ ਕਰਦਾ ਆ। ਇਹ ਸਿਰਫ ਮੇਰੀ ਸ਼ਰਾਫਤ ਉਦੋਂ ਤੱਕ ਆ ਜਦੋਂ ਤੱਕ ਮੈਂ ਜੇਲ੍ਹ ਨਹੀਂ ਜਾਂਦਾ। ਤੇ ਵਿਰੋਧੀਆਂ ਦੀ ਕੋਸ਼ਿਸ਼ ਆ ਮੈਨੂੰ ਝੁਕਾਉਣ ਦੀ, ਮੇਰੇ ਕੋਲ ਮਾਫੀ ਮੰਗਾਉਣ ਦੀ। ਮੈਂ ਕੋਈ ਏਦਾਂ ਦਾ ਕੰਮ ਨਹੀਂ ਕੀਤਾ। ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਮੈਂ ਵੀ ਸਿੱਖ, ਇਹ ਕਦੀ ਮਾਫੀ ਮੰਗਣ ਵਾਲੇ ਦਿਨ ਨਹੀਂ ਜੰਮਿਆ। ਨਾ ਉਹ ਦਿਨ ਕਦੀ ਆਊਗਾ ਤੇ ਨਾ ਕਦੀ ਆਇਆ। ਮਾਫੀ ਨਹੀਂ ਮੈਂ ਮੰਗੂੰਗਾ, ਮਰ ਜੂੰਗਾ, ਸੂਲੀ ਚੜ ਜੂੰਗਾ। ਮੈਂ ਵੀ ਸਿੱਖ ਮਾਫੀ ਨਹੀਂ ਮੰਗੂਗਾ, ਕਿਉਂਕਿ ਮੈਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ। ਮੈਂ ਸੱਚ ਬੋਲਿਆ। ਹਾਂ, ਮੇਰਾ ਮਕਸਦ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਜਾਣਬੁੱਝ ਕੇ ਉਹਨਾਂ ਨੇ ਠੇਸ ਲਵਾਈ ਆ, ਉਹ ਇਸ ਗੱਲ ਤੇ ਕਿਉਂ ਨਹੀਂ ਧਿਆਨ ਦਿੰਦੇ ਕਿ ਉਹ ਮਹਾਂਪੁਰਸ਼ਾਂ ਦੀਆਂ ਫੋਟੋਆਂ ਲਾਉਣ ਤੋਂ ਬਾਅਦ
ਗੰਦੀਆਂ ਗਾਲਾਂ ਕੱਢਦੇ ਆ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਕੇ ਤੇ ਚਟਕਾਰੇ ਲੈਂਦੇ ਆ, ਮਰੀਆਂ ਹੋਈਆਂ ਮਾਵਾਂ ਨੂੰ ਨੰਗੀਆਂ ਕਰਕੇ ਉਹਨਾਂ ਦੀ ਕਿਰਦਾਰ ਖੁਸ਼ੀ ਕਰਦੇ ਆ। ਸ਼ਰਮ ਉਹਨਾਂ ਲੋਕਾਂ ਨੂੰ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਦੀ ਮਾਂ ਤੇ ਮੇਰੀ ਮਾਂ 'ਚ ਕੋਈ ਫਰਕ ਨਹੀਂ ਆ। ਜਿਹੜੇ ਮੇਰੀ ਮਾਂ ਨੂੰ ਨੋਲਦੇ ਆ, ਜਿਹੜੇ ਮੇਰੀ ਧੀ ਨੂੰ ਨੋਲਦੇ ਆ। ਇੰਨੀਆਂ ਕੀ ਬੇਨਤੀਆਂ ਕਰਨੀਆਂ ਸੀ। ਸੋ ਹੁਣ ਫਿਲਹਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਆ, ਤੇ ਜਿਹੜੇ ਕਮੈਂਟਾਂ 'ਚ ਗਲਤ ਕਮੈਂਟ ਕਰਦੇ ਆ, ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਆ, ਇਹਨਾਂ ਦੇ ਵਿੱਚ ਰਿਵਾਜ਼ ਆ। ਤੁਹਾਨੂੰ ਪਤਾ ਹੀ ਆ ਵੀ ਕਾਹਦਾ ਰਿਵਾਜ਼ ਆ, ਕਿਹਨੂੰ ਗਾਲਾਂ ਕੱਢਣ ਦਾ ਰਿਵਾਜ਼ ਆ, ਰਾਈਟ। ਥੈਂਕ ਯੂ ਵੈਰੀ ਮਚ, ਬੈਸਟ ਆਫ ਲੱਕ। ਤੁਹਾਡੀ ਚੜ੍ਹਦੀ ਕਲਾ ਦੇ ਲਈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਦਾ ਆ। ਬੈਸਟ ਆਫ ਲੱਕ, ਚੜ੍ਹਦੀ ਕਲਾ ਦੇ ਵਿੱਚ ਰਹੋ। ਹੋ ਸਕਦਾ ਪ੍ਰੈਸ਼ਰਾਈਜ਼ ਕਰਕੇ ਪ੍ਰਸ਼ਾਸਨ ਨੂੰ, ਘੜਾਮ ਚੌਧਰੀ ਤੇ ਉਹਨਾਂ ਦੇ ਨਾਲ ਰਲੇ ਹੋਏ ਸਾਡੇ ਲੋਕ ਦਬਾਅ ਬਣਾ ਕੇ ਮੇਰੇ ਤੇ ਕਾਰਵਾਈ ਕਰਵਾ ਦੇਣ, ਮੈਨੂੰ ਜੇਲ੍ਹ ਜਾਣਾ ਪੈ ਜਾਵੇ। ਪਰ ਮੈਂ ਫਿਰ ਦੱਸ ਦਿੱਤਾ ਵੀ ਮੈਂ ਜਦੋਂ ਜੇਲ੍ਹ ਜਾਊਂਗਾ, ਜੇਲ੍ਹ ਤੋਂ ਆਉਣ ਵਾਲਾ ਗੁਰਿੰਦਰ ਸਿੰਘ ਕੁਝ ਹੋਰ ਹੋਊਗਾ। ਉਸ ਯੂਨੀਵਰਸਿਟੀ ਤੋਂ ਡਿਗਰੀਆਂ ਲੈ ਕੇ ਆਊਂਗਾ, ਤੇ ਉਹਨਾਂ ਡਿਗਰੀਆਂ ਦੇ ਨਾਲ ਜੇਲ੍ਹ ਵਾਲੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀਆਂ ਲੈਣ ਤੋਂ ਬਾਅਦ ਮੈਂ ਘੜਾਮ ਚੌਧਰੀਆਂ ਦੀ ਨੀਂਦ ਹਰਾਮ ਕਰ ਦੂੰਗਾ ਰਾਤਾਂ ਦੀ। ਇਹ ਘੜਾਮ ਚੌਧਰੀਆਂ ਵਾਸਤੇ ਸ਼ਬਦ ਨੇ ਮੇਰੇ। ਸੋ ਰੋਜ਼ ਲਾਈਵ ਆਊਂਗਾ, ਕੱਲ ਵੀ ਲਾਈਵ ਆਊਂਗਾ। ਜਿਸ ਦਿਨ ਲਾਈਵ ਨਾ ਆਇਆ 12 ਘੰਟੇ 'ਚ ਸਵੇਰ ਤੋਂ ਲੈ ਕੇ ਰਾਤ ਤੱਕ, ਜਿਸ ਦਿਨ ਮੈਂ ਲਾਈਵ ਨਾ ਆਇਆ, ਸਮਝ ਲਿਓ ਡਾਕਟਰ ਗੁਰਿੰਦਰ ਸਿੰਘ ਰੰਘਰੇਟੇ ਨੂੰ ਜੇਲ੍ਹ ਭੇਜ ਦਿੱਤਾ, ਜਾਂ ਉਹਦੇ ਪਿੱਠ ਤੇ ਵਾਰ ਕਰਕੇ ਉਹਨੂੰ ਮਾਰ ਦਿੱਤਾ। ਕਿਉਂਕਿ ਸਾਹਮਣਿਓਂ ਵਾਰ ਕਰਨ ਦੀ ਕਿਸੇ 'ਚ ਹਿੰਮਤ ਨਹੀਂ ਆ। ਉਹਨਾਂ ਦੇ ਮੂਤ ਨਿਕਲੇ ਪਏ ਆ, ਮੂਤ ਨਿਕਲ ਜਾਣਗੇ। ਕੱਲੇ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਦੇ ਸਾਹਮਣੇ ਆ ਕੇ ਅੱਖ 'ਚ ਅੱਖ ਪਾ ਕੇ ਵਾਰ ਕਰਨ ਤੋਂ ਪਹਿਲਾਂ ਮੂਤ ਨਿਕਲੂਗਾ ਵਿਰੋਧੀ ਦਾ। ਥੈਂਕ ਯੂ ਵੈਰੀ ਮਚ, ਲਵ ਯੂ। ਤੇ ਚੈਨਲ ਵਾਲਿਆਂ ਨੂੰ ਮੈਂ ਹਦਾਇਤਾਂ ਦੇਣਾ ਚਾਹੁੰਦਾ, ਆਖਰੀ ਦੇ ਵਿੱਚ ਜਿਹੜੇ ਚੈਨਲਾਂ ਨੇ ਮੇਰੀਆਂ ਵੀਡੀਓ ਕੱਟ ਕੇ ਪਾਉਂਦੇ ਆ ਆਪਣੀ TRP ਵਧਾਉਣ ਵਾਸਤੇ, ਔਰ ਮੇਰੀਆਂ ਵੀਡੀਓ ਪਾਈਆਂ ਨੇ ਮੇਰੀ ਕਿਰਦਾਰ ਖੁਸ਼ੀ ਕਰਨ ਵਾਸਤੇ, ਜਿਹੜੇ ਚੈਨਲਾਂ ਨੇ YouTube ਦੇ ਉੱਤੇ, Facebook ਦੇ ਉੱਤੇ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਦੀਆਂ ਵੀਡੀਓ ਪਾਈਆਂ ਨੇ, ਜਿਨ੍ਹਾਂ ਨੇ ਤੇ ਇੰਟਰਵਿਊ ਦਿੱਤੀ ਆ, ਉਹ ਤੇ ਉਹਨਾਂ ਦੇ ਲੀਗਲ ਇੰਟਰਵਿਊਜ਼ ਨੇ। ਜਿਨ੍ਹਾਂ ਨੇ ਮੇਰੇ ਪੇਜ ਤੋਂ ਚੁੱਕ ਕੇ ਮੇਰੀ ਇਜਾਜ਼ਤ ਤੋਂ ਬਿਨਾ, ਜਿਹੜੇ YouTube ਚੈਨਲ, ਜਿਹੜੇ ਵੀ ਸੋਸ਼ਲ ਮੀਡੀਆ ਦੇ Facebook ਦੇ ਚੈਨਲਾਂ ਨੇ ਮੇਰੀਆਂ ਵੀਡੀਓ ਚਲਾਈਆਂ ਨੇ, ਉਹਨਾਂ ਨੂੰ ਮੈਂ ਆਪਣੇ ਵਕੀਲਾਂ ਨਾਲ ਮਿਲ ਕੇ, ਮੇਰੀ IT ਟੀਮ ਦੇ ਨਾਲ ਮਿਲ ਕੇ ਉਹਨਾਂ ਨੂੰ ਮੈਂ ਜਲਦੀ ਕਾਪੀਰਾਈਟ ਸਟ੍ਰਾਈਕ ਦੇਣ ਜਾ ਰਿਹਾ। ਜਿਹੜੇ YouTube ਚੈਨਲ, ਜਿਹੜੇ Facebook ਚੈਨਲ ਮੇਰੀ ਇਜਾਜ਼ਤ ਤੋਂ ਬਿਨਾ ਮੇਰੀਆਂ ਵੀਡੀਓ ਮੇਰੇ ਪੇਜ ਤੋਂ ਚੁੱਕ ਕੇ ਪਾ ਰਹੇ ਨੇ, ਉਹਨਾਂ ਨੂੰ ਬਹੁਤ ਜਲਦ ਕਾਪੀਰਾਈਟ ਸਟ੍ਰਾਈਕ ਤੇ ਲੀਗਲ ਨੋਟਿਸਸ ਉਹਨਾਂ ਨੂੰ ਮਿਲਣਗੇ। ਅਸੀਂ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਘੜੀਸਾਂਗੇ। ਯਾਦ ਰੱਖ ਲੈਣ, ਉਹ ਚੈਨਲ ਵੀਡੀਓ ਪਾਉਣ ਤੋਂ ਪਹਿਲਾਂ ਮੇਰੀ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਹੈ। ਮੇਰੀ ਪਰਮਿਸ਼ਨ ਤੋਂ ਬਿਨਾ ਕੱਟ ਵੱਢ ਕਰਕੇ ਜੇ ਕੋਈ ਵੀਡੀਓ ਪਾਊਗਾ, ਉਹਨੂੰ ਤੇ ਅਸੀਂ ਕਾਨੂੰਨਨ ਐਸਾ ਉਲਝਾ ਦੇਵਾਂਗੇ ਕਿ ਉਹ ਉਲਝਾ ਰਹੂਗਾ ਸਾਰੀ ਜ਼ਿੰਦਗੀ, ਉਹ ਸੁਲਝੂਗਾ ਕਦੀ ਵੀ ਨਹੀਂ। ਯਾਦ ਰੱਖਿਓ, ਮੈਂ ਸਟ੍ਰਾਈਕ ਦੇਣ ਜਾ ਰਿਹਾ। ਜਿਹੜੇ ਮੇਰੀ ਇਜਾਜ਼ਤ ਤੋਂ ਬਿਨਾ ਜਿਨ੍ਹਾਂ ਨੇ ਵੀਡੀਓਜ਼ ਪਾਈਆਂ ਨੇ ਸੋਸ਼ਲ ਮੀਡੀਆ ਤੇ, YouTube ਦੇ ਉੱਤੇ, Facebook ਦੇ ਉੱਤੇ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਥੈਂਕ ਯੂ, ਬੈਸਟ ਆਫ ਲੱਕ।